ਪੰਜਾਬ ਸਰਕਾਰ ਹੈ, ਭਾਵੇਂ ਉਹ ਹਰਿਆਣਾ ਸਰਕਾਰ ਲਾ ਲਈ ਜਾਂ ਸਟੇਟ ਸਰਕਾਰਾਂ ਨੇ, ਉਹ ਆਪਣਾ ਬਣਦਾ ਜੋ ਫਰਜ਼ ਆ ਉਹ ਨਿਭਾ ਰਹੀਆਂ ਨੇ? ਨਹੀਂ ਨਿਭਾ। ਜਦੋਂ ਇਹ ਕਾਲੇ ਜਿਹੜੇ ਕਾਨੂੰਨ ਆ ਇਹ ਬਣ ਰਹੇ ਸੀ ਤਾਂ ਉਸ ਵੇਲੇ ਅਮਰਿੰਦਰ ਸਿੰਘ ਨੇ ਮਨਪ੍ਰੀਤ ਸਿੰਘ ਨੂੰ ਭੇਜਿਆ ਵੀ ਤੂੰ ਜਾ ਕੇ ਉੱਥੇ ਆਪਣਾ ਓਪੀਨੀਅਨ ਦੇ। ਉਹਨੇ ਇਸ ਨੂੰ ਸਪੋਰਟ ਕੀਤਾ। ਤਾਂ ਇਹ ਬਹਿਰੂਪੀ ਹੈ। ਇਹਨਾਂ ਦੀ ਜਿਹੜੀ ਜੋ ਦਿਲੋਂ ਕੀ ਹੈ ਉਸ ਬਾਰੇ ਇਹੀ ਜਾਣਦੇ ਆ। ਸਿੱਖਾਂ ਦੇ ਗਲਾਂ ਤੋਂ RSS ਦਾ ਗਲਬਾ ਜਿਹੜਾ ਉਤਰ ਚੁੱਕਿਆ। ਸਰਕਾਰ ਦੀ ਮਦਦ ਸੀ ਵੀ ਸਿੱਖਾਂ ਨੂੰ ਆਪਣੇ ਧਰਮ ਤੋਂ ਉਖੇੜ ਕੇ ਆਪਣੇ ਕਲਾਵੇ ਵਿੱਚ ਲੈ ਕੇ ਆਓ, ਹਿੰਦੂਇਜ਼ਮ ਦੇ ਕਲਾਵੇ ਵਿੱਚ ਲੈ ਕੇ ਆਓ। ਇਹ ਸੰਘਰਸ਼ ਜੋ ਨਾਨ ਵਾਇਲੈਂਟ ਰਿਹਾ ਹੈ ਆਪਾਂ ਕਹਿੰਦੇ ਹਾਂ, ਪਰ ਸਰਕਾਰ ਹੈ ਜੋ ਇਹਨੂੰ ਕਦੇ ਖਾਲਿਸਤਾਨ ਨਾਲ ਜੋੜਨ ਦੀ ਗੱਲ ਕਰਦੀ ਹੈ, ਕਦੇ ਨੈਕਸਲਾਈਟਸ, ਕਦੇ ਮੌਜ਼ੇ ਤੁੰਗ ਨਾਲ ਜੋੜਨ ਦੀ ਗੱਲ ਕਰਦੀ ਹੈ। ਦੇਖੋ ਸਰਕਾਰ ਜੋ ਮਰਜ਼ੀ ਕਹੇ, ਕਿਉਂਕਿ ਸਰਕਾਰ ਨੇ ਤਾਂ ਇਸ ਨੂੰ ਬਦਨਾਮ ਕਰਨਾ। ਇਹ ਮੋਦੀ ਸਾਹਿਬ ਮਤਲਬ ਹਿਟਲਰ ਦੀ ਪਾਲਿਸੀ ਤੇ ਚੱਲਦੇ ਸਿਰਫ ਤੇ ਸਿਰਫ ਉਹਨਾਂ ਨੂੰ ਹੀ ਪਰੇਸ਼ਾਨ ਕੀਤਾ ਜਾ ਰਿਹਾ ਜਿਹੜਾ ਮੋਦੀ ਸਾਹਿਬ ਦੇ ਵਿਚਾਰਾਂ ਦੇ ਵਿਰੋਧ ਦੇ ਵਿੱਚ ਖੜੇ ਹੁੰਦੇ। ਵਿੱਚੋਂ ਹੁਣ ਨੌਜਵਾਨਾਂ ਵੱਲੋਂ ਗੱਲਾਂ ਵੀ ਉੱਠ ਰਹੀਆਂ ਨੇ, ਜੇਕਰ ਲੀਡਰ ਸਮਝੌਤਾ ਕਰਕੇ ਕੋਈ ਆਏ ਤਾਂ ਅਸੀਂ ਹਸ਼ਰ ਜੋ ਕਰਨਾ ਇਹਨਾਂ ਦਾ ਲੀਡਰਾਂ ਦਾ ਉਹ ਲੌਂਗੋਵਾਲ ਵਾਲਾ ਕਰਾਂਗੇ। ਲੌਂਗੋਵਾਲ ਨੂੰ ਪਲੋਸ ਲਿਆ, ਬਰਨਾਲੇ ਨੂੰ ਪਲੋਸ ਲਿਆ, ਬਲਵੰਤ ਸਿੰਘ ਨੂੰ ਪਲੋਸ ਲਿਆ। ਉਹਨਾਂ ਨੂੰ ਪਲੋਸ ਕੇ ਆਪਣੀ ਬੁੱਕਲ ਦੇ ਵਿੱਚ ਲੈ ਕੇ ਇੱਕ ਐਸਾ ਸਮਝੌਤਾ ਕੀਤਾ ਜਿਸ ਦੇ ਨਾਲ ਜਿਹੜੀਆਂ ਮਤਲਬ ਜੋ ਡਿਮਾਂਡ ਸੀਗੀਆਂ ਧਰਮ ਯੁੱਧ ਮੋਰਚੇ ਦੀਆਂ, SYL ਦੇ ਉੱਤੇ ਹੋਰ ਮਤਲਬ ਜਿਹੜੇ ਇਸ਼ੂ ਸੀ ਉਹ ਸਾਰਿਆਂ ਦਾ ਮਲੀਆ ਮੇਟ ਕਰ ਦਿੱਤਾ। ਬਰਨਾਲੇ ਨੂੰ ਜੋ ਉਸ ਦਾ ਅਵਾਰਡ ਮਿਲਿਆ ਕਿ ਬਾਅਦ ਦੇ ਵਿੱਚ ਉਸ ਨੂੰ ਚੀਫ ਮਿਨਿਸਟਰ ਤੇ ਫਿਰ ਮਰਦੇ ਦਮ ਤੱਕ ਉਹ ਗਵਰਨਰ ਰਿਹਾ। ਧਾਰਾ 25B ਦੇ ਵਿੱਚ ਜਿਹੜਾ ਸਿੱਖਾਂ ਨੂੰ ਕੇਸਾਧਾਰੀ ਹਿੰਦੂ ਲਿਖਿਆ ਗਿਆ, ਦੇਖੋ ਉਸ ਦੇ ਵਿੱਚ ਕੇਸਾਧਾਰੀ ਹਿੰਦੂ ਨਹੀਂ ਲਿਖਿਆ। ਉਸ ਦੇ ਵਿੱਚ ਜਿਹੜੀ ਕਿਰਪਾਨ ਪਹਿਨਣ ਦੀ ਆਜ਼ਾਦੀ ਕਾਨੂੰਨੀ ਤੌਰ ਦੇ ਉੱਤੇ ਸਿੱਖਾਂ ਨੂੰ ਦਿੱਤੀ। ਸਿੱਖਾਂ ਨੂੰ ਖਾਲਿਸਤਾਨ ਦੇ ਨਾਮ ਨਾਲ ਜੋੜਿਆ ਜਾਂਦਾ, ਡਰਾਇਆ ਜਾਂਦਾ। ਹਿੰਦੂ ਰਾਸ਼ਟਰ ਦੀ ਗੱਲ ਕਰਦੇ ਹਾਂ ਤਾਂ ਮਤਲਬ ਕੋਈ ਨਹੀਂ ਡਰਾਉਂਦਾ ਉਹਨਾਂ ਨੂੰ। ਹਿੰਦੂ ਇੱਕ ਧਰਮ ਨਹੀਂ ਹੈ ਹਿੰਦੂਇਜ਼ਮ, ਉਹਦੇ 'ਚ ਬਹੁਤ ਵੱਖਰੇ ਸ਼ੇਡਸ ਆ। ਹਿੰਦੂਇਜ਼ਮ ਦੇ ਵਿੱਚ ਜਿਹੜਾ ਵਿਚਾਰਾ ਸ਼ੂਦਰ ਆ ਉਸ ਨੂੰ ਤਾਂ ਕਿਸੇ ਕਿਸਮ ਦਾ ਹੱਕ ਹੀ ਨਹੀਂ ਵੀ ਤੁਸੀਂ ਕਾਸਟ ਸਿਸਟਮ ਨੂੰ ਮੰਨਦੇ ਹੋ ਜਾਂ ਨਹੀਂ ਮੰਨਦੇ। ਉਹ ਕਦੇ ਨਹੀਂ ਕਹਿਣਗੇ ਵੀ ਅਸੀਂ ਨਹੀਂ ਮੰਨਦੇ, ਉਹ ਮੰਨਦੇ ਆ। ਜਿੱਦਾਂ ਆਪਣੇ ਪਿੰਡਾਂ ਦੇ ਵਿੱਚ ਹੁਣ ਜਿਹੜੇ ਗੁਰਦੁਆਰੇ ਨੇ ਜੀ ਉਹ ਆਪਣੇ ਜਾਤਾਂ ਦੇ ਨਾਮ ਤੇ ਬਣਨ ਲੱਗ ਗਏ। ਲੋਕਾਂ ਦੀ ਬੇਸਮਝੀ ਦਾ ਨਤੀਜਾ, ਜਿਹਦੇ ਵਿੱਚ RSS ਦਾ ਵੀ ਪ੍ਰਚਾਰ ਇੱਕ ਫੈਕਟਰ ਹੈਗਾ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਸਫਰ TV ਤੇ ਮੈਂ ਹਾਂ ਰਾਜਵੀਰ ਸਿੰਘ। ਅੱਜ ਸਾਡੇ ਨਾਲ ਗੱਲਬਾਤ ਕਰਨ ਲਈ ਮੌਜੂਦ ਨੇ GS ਢਿੱਲੋਂ ਸਾਹਿਬ। ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਤੁਹਾਨੂੰ ਵੀ, ਤੁਹਾਡੇ ਸਤਿਕਾਰਤ ਜਿੰਨੇ ਸਰੋਤੇ ਆ ਉਹਨਾਂ ਨੂੰ ਵੀ ਫਤਿਹ ਅਰਜ਼ ਕਰ ਰਹੀ ਜੀ। ਸਰ ਆਪਾਂ ਸ਼ੁਰੂ ਕਰੀਏ ਤਾਂ ਕਿਸਾਨ ਅੰਦੋਲਨ ਨੂੰ ਹੁਣ ਤੱਕ ਤਕਰੀਬਨ 100 ਤੋਂ ਉੱਪਰ ਦਿਨ ਹੋ ਗਏ, ਕਿੱਦਾਂ ਲੈਂਦੇ ਹੋ? ਦੇਖੋ ਇਹ ਬਹੁਤ ਬੜਾ ਮਤਲਬ ਅੰਦੋਲਨ ਇੱਕ ਸੰਘਰਸ਼ ਹੈ ਔਰ ਇਹ ਸੰਘਰਸ਼ ਹੈ ਗੁਰੂ ਨਾਨਕ ਦੀ ਵਿਚਾਰਧਾਰਾ ਦੇ ਉੱਤੇ ਕਿ ਕਿਸ ਤਰੀਕੇ ਦੇ ਨਾਲ ਦਬੇ ਕੁਚਲੇ ਜਿਹੜਾ ਸਮਾਜ ਹੈ ਉਸਨੇ ਆਪਣੀ ਆਵਾਜ਼ ਬੁਲੰਦ ਕਰਕੇ ਆਪਣੇ ਹੱਕ ਲੈਣੇ ਹਨ। ਤੋ ਇਹ ਸਾਰੀ ਚੀਜ਼ ਧੁਰ ਤੋਂ ਜਦੋਂ ਤੋਂ ਗੁਰੂ ਨਾਨਕ ਮਹਾਰਾਜ ਨੇ ਇਸ ਦੁਨੀਆ ਦੇ ਵਿੱਚ ਆਗਮਨ ਕੀਤਾ ਉਸ ਵੇਲੇ ਤੋਂ ਚੱਲੀ ਆ ਰਿਹਾ ਸੰਘਰਸ਼ ਹੈ। ਔਰ ਇਹ ਸੰਘਰਸ਼ ਦੇ ਵਿੱਚ ਕਈ ਵਾਰੀ ਉਤਾਰ ਚੜਾਅ ਵੀ ਆਉਂਦੇ ਆ, ਪਰ ਜਿਹੜਾ ਹੁਣ ਵਾਲਾ ਇਹ ਸੰਘਰਸ਼ ਹੈ ਇਹ ਬਹੁਤ ਜ਼ਿਆਦਾ ਤਾਕਤਵਰ ਹੈ, ਬਹੁਤ ਜ਼ਿਆਦਾ ਇਹਦੇ ਵਿੱਚ ਸ਼ਮੂਲੀਅਤ ਹੈ। ਸਿੱਖਾਂ ਦੀ ਬਹੁਤ ਜ਼ਿਆਦਾ ਸ਼ਮੂਲੀਅਤ ਆ, ਬੀਬੀਆਂ ਦੀ ਮਤਲਬ ਰਿਕਾਰਡ ਹੋਲਡਿੰਗ ਮਤਲਬ ਇਨਵੋਲਵਮੈਂਟ ਹੈਗੀ ਆ ਜਿਹੜੀ ਅੱਜ ਤੱਕ ਦੁਨੀਆ ਦੇ ਇਤਿਹਾਸ ਦੇ ਵਿੱਚ ਨਹੀਂ ਹੋਈ। ਇਹ ਮੈਂ ਜੇ ਇਹ ਗੱਲ ਕਹਾਂ ਕਿ ਦੁਨੀਆ ਦੇ ਇਤਿਹਾਸ ਦੇ ਵਿੱਚ ਜਿੰਨੇ ਵੀ ਰੈਵੋਲੂਸ਼ਨ ਆਏ ਆ, ਚਾਹੇ ਉਹ ਫਰੈਂਚ ਰੈਵੋਲੂਸ਼ਨ ਆ, ਚਾਹੇ ਉਹ ਰਸ਼ੀਅਨ ਰੈਵੋਲੂਸ਼ਨ ਆ, ਚਾਹੇ ਅਮਰੀਕਨ ਰੈਵੋਲੂਸ਼ਨ ਆ, ਚਾਹੇ ਦੂਸਰੇ ਪਾਸੇ ਚਾਈਨੀਜ਼ ਦਾ ਰੈਵੋਲੂਸ਼ਨ ਆ, ਉਹਨਾਂ ਸਾਰੇ ਜਿਹੜੇ ਰੈਵੋਲੂਸ਼ਨ ਆ ਉਹਨਾਂ ਦੇ ਵਿੱਚ ਖੂਨੀ ਰੈਵੋਲੂਸ਼ਨ ਉਹਨਾਂ ਨੂੰ ਤੁਸੀਂ ਕਹਿ ਸਕਦੇ ਹੋ, ਕਤਲੋ ਗਾਰਤ ਹੋਈ ਹੈ।
ਬੇਗੁਨਾਹ ਲੋਕਾਂ ਦਾ ਖੂਨ ਮਤਲਬ ਡੋਲਿਆ ਗਿਆ ਔਰ ਬਹੁਤ ਜ਼ਿਆਦਾ ਇਨਸਾਨੀਅਤ ਦੀ ਬਰਬਾਦੀ ਹੋਈ ਹੈ। ਵਾਹਦ ਇੱਕ ਰੈਵੋਲੂਸ਼ਨ ਆ ਇਹ ਜਿਹੜਾ ਹੁਣ ਚੱਲ ਰਿਹਾ ਸੰਘਰਸ਼, ਇਸ ਦੇ ਵਿੱਚ ਕਿਸੇ ਦੇ ਉੱਤੇ ਇੱਕ ਝਰੀਟ ਵੀ ਨਹੀਂ ਲੱਗੀ, ਕਿਸੇ ਬੰਦੇ ਨੂੰ ਮਤਲਬ ਕੋਈ ਦੁੱਖ ਨਹੀਂ ਦਿੱਤਾ ਗਿਆ। ਐਡੇ ਬੜੇ ਸੰਘਰਸ਼ ਦੇ ਵਿੱਚ ਕਿੰਨੇ ਦੁਕਾਨਦਾਰ, ਕਿੰਨੀਆਂ ਰੇਹੜੀਆਂ ਵਾਲੇ, ਕਿੰਨੇ ਹੋਰ ਜਿਹੜੇ ਸੰਚਾਲਕ ਉੱਥੇ ਹੈ ਇੱਧਰ ਉੱਧਰ ਫਿਰਦੇ, ਕਿਸੇ ਨੂੰ ਕੋਈ ਦੁੱਖ ਤਕਲੀਫ ਨਹੀਂ ਦਿੱਤੀ ਗਈ। ਮੋਸਟ ਨੋਨ ਵਾਇਲੈਂਟ, ਪੀਸਫੁਲ ਅਤੇ ਡੈਮੋਕ੍ਰੈਟਿਕ ਜਿਹੜਾ ਇਹ ਰੈਵੋਲੂਸ਼ਨ ਹੈ। ਔਰ ਇਹ ਬਹੁਤ ਹੀ ਅੱਜ ਸਾਰੀ ਦੁਨੀਆ ਦੀ ਅਟੈਂਸ਼ਨ ਹੈ ਜਿਹੜੀ ਇਸ ਸੰਘਰਸ਼ ਦੇ ਆਲੇ ਦੁਆਲੇ ਲੱਗੀ ਹੋਈ ਹੈ। ਦੁਨੀਆ ਦੀਆਂ ਸੈਲੀਬ੍ਰਿਟੀਜ਼ ਜਿਹੜੇ ਬਹੁਤ ਵੱਡੇ ਸੈਲੀਬ੍ਰਿਟੀਜ਼ ਆ, ਜਿਨ੍ਹਾਂ ਨੂੰ ਦੁਨੀਆ ਬਹੁਤ ਜ਼ਿਆਦਾ ਮੰਨਦੀ ਆ, ਸਤਿਕਾਰ ਦਿੰਦੀ ਆ, ਉਹਨਾਂ ਦੀ ਗੱਲ ਸੁਣੀ ਜਾਂਦੀ ਆ, ਉਹਨਾਂ ਨੇ ਵੀ ਇਸ ਦੇ ਉੱਤੇ ਕਮੈਂਟ ਕੀਤਾ। ਹੁਣ ਰੀਸੈਂਟਲੀ ਤੁਸੀਂ ਦੇਖੋ ਜਿਹੜਾ ਟਾਈਮ ਮੈਗਜ਼ੀਨ ਆ, ਦੁਨੀਆ ਦਾ ਸਭ ਤੋਂ ਵੱਡਾ ਤਾਕਤਵਰ ਮੈਗਜ਼ੀਨ ਆ, ਉਸ ਦੇ ਵਿੱਚ ਕਵਰ ਦੇ ਉੱਤੇ ਸਭ ਤੋਂ ਮੇਨ ਜਿਹੜੀ ਨਿਊਜ਼ ਆ ਉਹ ਸਿੱਖ ਬੀਬੀਆਂ ਜਿਹੜੀਆਂ ਬੈਠੀਆਂ ਉੱਥੇ ਕਰ ਰਹੀਆਂ ਸੰਘਰਸ਼, ਉਹਨਾਂ ਦੇ ਉੱਤੇ ਸਾਰੀ ਚੀਜ਼ ਉਹਨਾਂ ਨੇ ਫੋਕਸ ਕੀਤੀ ਹੈ। ਤੋ ਇਹ ਮਤਲਬ ਇਤਨਾ ਜ਼ਰੂਰੀ ਆ, ਜੇ ਨਾ ਹੋਏਗਾ ਤਾਂ ਕਿਸਾਨੀ ਹਮੇਸ਼ਾ ਲਈ ਮਤਲਬ ਖਤਮ ਹੋ ਜਾਏਗੀ। ਕਿਸਾਨਾਂ ਦੀਆਂ ਜ਼ਮੀਨਾਂ, ਕਿਸਾਨਾਂ ਦੀਆਂ ਜਾਇਦਾਦਾਂ, ਕਿਸਾਨਾਂ ਦਾ ਲਾਈਵਲੀਹੁੱਡ, ਜਿਸ ਚੀਜ਼ ਦੇ ਉੱਤੇ ਕਿਸਾਨ ਜ਼ਿੰਦਾ ਹੈਗੇ ਆ, ਉਹ ਸਾਰੀ ਚੀਜ਼ ਨਸਤੋ ਨਬਾਦ ਹੋ ਜਾਏਗੀ। ਤੋ ਇਸ ਕਰਕੇ ਤਿੰਨ ਜਿਹੜੇ ਕਾਲੇ ਕਾਨੂੰਨ, ਜਿਨ੍ਹਾਂ ਨੂੰ ਮੋਦੀ ਦੇ ਜਿਹੜੇ ਪੈਰੋਕਾਰ ਆ ਉਹ ਕੀ ਕਹਿੰਦੇ ਆ, ਤਿੰਨ ਰਿਫਾਰਮ। ਉਹ ਰਿਫਾਰਮ ਨਹੀਂ, ਰਿਫਾਰਮ ਪੋਜ਼ੀਟਿਵ ਵਰਡ ਹੁੰਦਾ, ਲੇਕਿਨ ਉਹ ਘਾਤਕ ਕਾਨੂੰਨ ਆ, ਕਾਲੇ ਕਾਨੂੰਨ ਆ ਔਰ ਕਿਸਾਨੀ ਨੂੰ ਬਰਬਾਦ ਕਰਨ ਦੇ ਕਾਨੂੰਨ ਆ। ਉਸ ਤੋਂ ਇਲਾਵਾ ਵੀ ਇਸ ਦੇ ਵਿੱਚ ਬਹੁਤ ਹੀ ਵਧੀਆ ਮਤਲਬ ਚੀਜ਼ਾਂ ਹੋਈਆਂ। ਜਿਸ ਤਰੀਕੇ ਨਾਲ ਮੈਂ ਜੇ ਗੱਲ ਕਹਾਂ, ਸਿੱਖਾਂ ਦੇ ਗਲਾਂ ਤੋਂ RSS ਦਾ ਗਲਬਾ ਜਿਹੜਾ ਉਤਰ ਚੁੱਕਿਆ ਹੈ। RSS ਬਹੁਤ ਜ਼ਿਆਦਾ ਯਤਨਸ਼ੀਲ ਹੋ ਕੇ ਪੰਜਾਬ ਦੇ ਵਿੱਚ ਸਿੱਖਾਂ ਦੇ ਉੱਤੇ ਆਪਣਾ ਅਸਰ ਅੰਦਾਜ਼ ਕਰ ਰਹੀ ਸੀਗੀ, ਬਹੁਤ ਪ੍ਰਾਪੇਗੰਡਾ ਕਰ ਰਹੀ ਸੀ, ਬਹੁਤ ਸਾਰਾ ਲਿਟਰੇਚਰ ਇੰਟਰੋਡਿਊਸ ਕੀਤਾ, ਸਕੂਲ ਖੋਲ੍ਹੇ, ਹੋਰ ਇਸ ਕਿਸਮ ਦੀਆਂ ਉਹਨਾਂ ਨੇ ਆਪਣੀਆਂ ਸ਼ਾਖਾ ਇੱਥੇ ਪੰਜਾਬ ਦੇ ਵਿੱਚ ਲਾਈਆਂ, ਪਿੰਡਾਂ ਦੇ ਵਿੱਚ ਵੀ, ਕਸਬਿਆਂ 'ਚ ਵੀ, ਸ਼ਹਿਰਾਂ ਦੇ ਵਿੱਚ ਵੀ। ਔਰ ਜਿਹੜੀ ਸਾਰੀ ਸਰਕਾਰ ਦੀ ਉਹਨਾਂ ਨੂੰ ਥਾਪੜਾ ਸੀਗਾ, ਸਰਕਾਰ ਦੀ ਮਦਦ ਸੀ ਵੀ ਸਿੱਖਾਂ ਨੂੰ ਆਪਣੇ ਧਰਮ ਤੋਂ ਉਖੇੜ ਕੇ ਆਪਣੇ ਕਲਾਵੇ ਵਿੱਚ ਲੈ ਕੇ ਆਓ, ਹਿੰਦੂਇਜ਼ਮ ਦੇ ਕਲਾਵੇ ਵਿੱਚ ਲੈ ਕੇ ਆਓ। ਉਹ ਚੀਜ਼ ਜਿਹੜੀ ਆ ਅੱਜ ਖਤਮ ਹੋ ਚੁੱਕੀ ਹੈ। ਇਸ ਦਾ ਇੱਕ ਬਹੁਤ ਹੀ ਬਿਹਤਰੀਨ ਜਿਹੜਾ ਨਤੀਜਾ ਆਲਰੇਡੀ ਨਿਕਲ ਚੁੱਕਿਆ ਔਰ ਇਸ ਗੱਲ ਦੇ ਉੱਤੇ ਸ਼ਰਮਸਾਰ ਹੋਣਾ ਚਾਹੀਦਾ RSS ਵਾਲਿਆਂ ਨੂੰ ਵੀ ਔਰ BJP ਵਾਲਿਆਂ ਨੂੰ ਵੀ। ਤੋ ਸਾਡੇ ਲਈ ਇਸ ਦੇ ਬਹੁਤ ਹੀ ਬਿਹਤਰੀਨ ਨਤੀਜੇ। ਔਰ ਦੂਸਰੀ ਵੱਡੀ ਗੱਲ ਇਹ ਆ, ਜਿਹੜੇ ਮਤਲਬ ਜਿੰਨੇ ਵੀ ਦੁਨੀਆ ਦੇ ਰੈਵੋਲੂਸ਼ਨ ਹੋਏ ਆ, ਉਹਨਾਂ ਦੇ ਵਿੱਚੋਂ ਜਿਹੜਾ ਨਤੀਜੇ ਨਿਕਲੇ ਆ ਉਹ ਲੋਕਾਂ ਦੇ ਮਤਲਬ ਵਿਰੋਧ ਦੇ ਵਿੱਚ ਨਿਕਲੇ ਆ, ਜਿਨ੍ਹਾਂ ਲੋਕਾਂ ਨੇ ਇਸ ਚੀਜ਼ ਦੇ ਉਹਨਾਂ ਦੇ ਬੜੇ ਆਈਡੀਅਲ ਸੀਗੇ। ਜਿਸ ਤਰ੍ਹਾਂ ਜਿਹੜਾ ਫਰੈਂਚ ਰੈਵੋਲੂਸ਼ਨ ਆ, ਲਿਬਰਟੀ, ਇਕੁਐਲਿਟੀ ਅਤੇ ਫਰਟਰਨਿਟੀ, ਉਹਨੂੰ ਅਸੀਂ ਅੰਗਰੇਜ਼ੀ 'ਚ ਕਹਿੰਦੇ ਹਾਂ ਵੀ ਆਜ਼ਾਦੀ ਆ, ਬਰਾਬਰਤਾ ਦਾ ਹੈ, ਮਤਲਬ ਉਹ ਸਾਰੀਆਂ ਚੀਜ਼ਾਂ ਦੇ ਉਲਟ ਉਹਦੇ ਨਤੀਜੇ ਨਿਕਲੇ। ਕਿਸ ਤਰੀਕੇ ਨਾਲ ਉਲਟ ਨਤੀਜੇ ਨਿਕਲ ਗਏ ਕਿ ਉਸ ਦੀ ਜਿਹੜੀ ਬਾਈ ਪ੍ਰੋਡਕਟ ਸੀ ਫਰੈਂਚ ਰੈਵੋਲੂਸ਼ਨ ਦੀ, ਉਹਦੇ ਵਿੱਚੋਂ ਨੈਪੋਲੀਅਨ ਨਿਕਲਿਆ। ਨੈਪੋਲੀਅਨ ਟੋਟਲੀ ਆਟੋਕ੍ਰੈਟਿਕ ਸੀ, ਜਿਹਨੇ ਨਾ ਲਿਬਰਟੀ ਲਿਆਂਦੀ ਉਸ ਮੁਲਕ ਦੇ ਵਿੱਚ, ਨਾ ਇਕੁਐਲਿਟੀ, ਨਾ ਫਰਟਰਨਿਟੀ। ਤੋ ਇਸੇ ਤਰੀਕੇ ਦਾ ਜਿਹੜਾ ਰਸ਼ੀਅਨ ਰੈਵੋਲੂਸ਼ਨ ਸੀ, ਲੱਖਾਂ ਬੰਦੇ ਬੇਗੁਨਾਹ ਮਾਰ ਦਿੱਤੇ ਉਹਨਾਂ ਨੇ। ਤਾਂ ਉਸ ਦੇ ਵਿੱਚੋਂ ਉਹਨਾਂ ਦਾ ਜਿਹੜਾ ਸਲੋਗਨ ਸੀ ਕਮਿਊਨਿਜ਼ਮ ਦਾ, ਉਹ ਸੀ ਵੀ ਇੱਕ ਸਟੇਟਲੈਸ ਸੁਸਾਇਟੀ ਬਣਾਉਣੀ ਹੈ, ਜਿਸ ਦੇ 'ਚ ਸਟੇਟ ਐਗਜ਼ਿਸਟ ਨਹੀਂ ਕਰੇਗੀ। ਅਲਟੀਮੇਟਲੀ ਜਦੋਂ ਰੈਵੋਲੂਸ਼ਨ ਆਏਗਾ, ਉਹਦਾ ਨਤੀਜਾ ਬਿਲਕੁਲ ਉਲਟ ਨਿਕਲਿਆ ਕਿ ਸਟੇਟ ਇੰਨੀ ਤਾਕਤਵਰ ਹੋ ਗਈ ਜਿਸ ਦੇ ਨਾਲ ਕਿਸੇ ਵੀ ਬੰਦੇ ਨੂੰ ਕਿਸੇ ਵੀ ਵੇਲੇ ਉਹਨੂੰ ਕਿਸੇ ਵੀ ਦੁੱਖ ਤਕਲੀਫ 'ਚ, ਜੇਲ੍ਹਾਂ 'ਚ ਸਿੱਟਿਆ ਜਾ ਸਕਦਾ ਸੀ, ਮਾਰਿਆ ਜਾ ਸਕਦਾ ਸੀ। ਕਿਸ ਗੱਲ 'ਤੇ ਕਿ ਜਿਹੜੀ ਸਟੇਟ ਦੀ ਯੂਨਿਟੀ ਅਤੇ ਇੰਟੈਗਰਿਟੀ ਉਹ ਖਤਰੇ 'ਚ ਆ। ਜਿਸ ਕਿਸਮ ਦੇ ਸਲੋਗਨ RSS ਹੁਣ ਲਾਉਂਦੀ ਹੈ, ਉਸ ਕਿਸਮ ਦੇ ਐਗਜ਼ੈਕਟਲੀ ਸਲੋਗਨ ਜਿਹੜੇ ਸੀ ਉਸ ਵੇਲੇ ਰਸ਼ੀਅਨ ਰੈਵੋਲੂਸ਼ਨ ਤੋਂ ਬਾਅਦ ਪਾਏ ਗਏ ਕਿ ਉਸ ਮੁਲਕ ਦੀ ਯੂਨਿਟੀ ਅਤੇ ਇੰਟੈਗਰਿਟੀ ਨੂੰ ਜਿਹੜਾ ਖਤਰਾ ਹੋਏਗਾ, ਉਸ ਦੇ ਉੱਤੇ ਕਿਸੇ ਕਿਸਮ ਦਾ ਰਹਿਮਦਿਲੀ ਵਾਲਾ ਸਲੂਕ ਨਹੀਂ ਹੋਏਗਾ। ਉਹਨਾਂ ਨੂੰ ਮਤਲਬ ਕਤਲ ਵੀ ਕੀਤਾ ਜਾ ਸਕਦਾ, ਜੇਲ੍ਹਾਂ 'ਚ ਵੀ ਸਿੱਟਿਆ ਜਾ ਸਕਦਾ, ਜੋ ਵੀ ਉਹਨਾਂ ਨਾਲ ਦੁਰਦਸ਼ਾ ਹੋ ਸਕਦੀ ਹੈ ਉਹ ਕੀਤੀ ਜਾ ਸਕਦੀ ਹੈ, ਤਾਂ ਕਿ ਉਹ ਮੁਲਕ ਸਟੇਬਲ, ਉਹਦੀ ਯੂਨਿਟੀ ਰਹਿ ਸਕਤੇ, ਇੰਟੈਗਰਿਟੀ। ਲੇਕਿਨ ਉਹ ਯੂਨਿਟੀ ਅਤੇ ਇੰਟੈਗਰਿਟੀ ਰਹੀ ਨਹੀਂ।
ਜਿਹੜਾ ਸੋਵੀਅਤ ਯੂਨੀਅਨ ਸੀ ਜਿਹੜਾ ਵਜੂਦ 'ਚ ਆਇਆ ਰਸ਼ੀਅਨ ਰੈਵੋਲੂਸ਼ਨ ਤੋਂ ਬਾਅਦ, ਉਹ ਟੋਟੇ ਹੋ ਗਿਆ ਜੀ। ਅਫਗਾਨਿਸਤਾਨ ਦੇ ਵਿੱਚ ਜਿਸ ਵਕਤ ਪ੍ਰੋਟੈਸਟ ਹੋਇਆ, ਅਫਗਾਨਿਸਤਾਨ ਦੇ ਜੋ ਲੜਾਈ ਲੜੀ ਗਈ, ਤਾਂ ਇਸ ਕਰਕੇ ਇਹ ਸਾਡਾ ਰੈਵੋਲੂਸ਼ਨ ਆ ਜਿਹੜਾ ਪੀਸਫੁਲ, ਨਾਨ ਵਾਇਲੈਂਟ ਅਤੇ ਡੈਮੋਕ੍ਰੈਟਿਕ ਆ। ਕਿਸੇ ਨੂੰ ਇਸ ਦੇ ਉੱਤੇ ਹਾਲਾਂਕਿ ਜਿਹੜੇ ਧੱਕੇ ਕਿਸਾਨਾਂ ਦੇ ਉੱਤੇ ਹੋਏ ਆ, ਜਿਸ ਤਰੀਕੇ ਨਾਲ ਪਾਣੀ ਦੀਆਂ ਬੁਛਾੜਾਂ ਉਹਨਾਂ 'ਤੇ ਪਾਈਆਂ ਗਈਆਂ, ਉਹਨਾਂ ਦੇ ਉੱਤੇ ਲਾਠੀ ਚਾਰਜ ਕੀਤਾ ਗਿਆ, ਉਹਨਾਂ ਨੂੰ ਬੜੇ ਟੋਏ ਪੱਟੇ ਗਏ ਔਰ ਕਿੱਡੇ ਕਿੱਲ ਠੋਕੇ ਗਏ, ਕਿੱਡੀਆਂ ਤਾਰਾਂ ਖਤਰਨਾਕ ਉਹਨਾਂ ਨੂੰ ਘੇਰਿਆ ਗਿਆ, ਉਹਨਾਂ ਨੂੰ ਟਾਇਲਟ ਦੀ ਫੈਸਿਲਿਟੀ ਨਹੀਂ ਦਿੱਤੀ ਗਈ, ਪਾਣੀ ਦੀ ਫੈਸਿਲਿਟੀਜ਼ ਉਹਨਾਂ ਦੀ ਰੋਕੀ ਗਈ। ਇਸੇ ਤਰੀਕੇ ਨਾਲ ਇੰਟਰਨੈਟ ਉਹਨਾਂ ਦਾ ਬੰਦ ਕੀਤਾ ਗਿਆ, ਜਿਹੜਾ ਦੁਨੀਆ ਦੇ ਵਿੱਚ ਜਿੰਨਾ ਵੱਧ ਤੋਂ ਵੱਧ ਇੰਟਰਨੈਟ ਬੰਦ ਹੋਇਆ ਹਿੰਦੁਸਤਾਨ ਦੇ ਵਿੱਚ ਹੋਇਆ। ਤਾਂ ਅੱਜ ਸਾਰੀ ਦੁਨੀਆ ਦੀ ਜਿੰਨੇ ਵੀ ਡੈਮੋਕ੍ਰੈਟਿਕ ਜਥੇਬੰਦੀਆਂ ਹੈਗੀਆਂ, ਚਾਹੇ ਉਹ ਸਰਕਾਰੀ ਆ ਚਾਹੇ ਨਾਨ ਸਰਕਾਰੀ ਆ, ਉਹ ਸਾਰੀਆਂ ਆਵਾਜ਼ ਬੁਲੰਦ ਕਰ ਰਹੀਆਂ ਕਿ ਹਿੰਦੁਸਤਾਨ 'ਚੋਂ ਡੈਮੋਕ੍ਰੇਸੀ ਖਤਮ ਹੋ ਚੁੱਕੀ ਹੈ। ਜੀ ਸਰ, ਇਹ ਸੰਘਰਸ਼ ਜੋ ਨਾਨ ਵਾਇਲੈਂਟ ਰਿਹਾ ਹੈ ਆਪਾਂ ਕਹਿੰਦੇ ਹਾਂ, ਪਰ ਸਰਕਾਰ ਹੈ ਜੋ ਇਹਨੂੰ ਕਦੇ ਖਾਲਿਸਤਾਨ ਨਾਲ ਜੋੜਨ ਦੀ ਗੱਲ ਕਰਦੀ ਹੈ, ਕਦੇ ਨੈਕਸਲਾਈਟਸ, ਕਦੇ ਮਾਓ ਤੁੰਗ ਨਾਲ ਜੋੜਨ ਦੀ ਗੱਲ ਕਰਦੀ ਹੈ। ਦੇਖੋ, ਸਰਕਾਰ ਜੋ ਮਰਜ਼ੀ ਕਹੇ, ਕਿਉਂਕਿ ਸਰਕਾਰ ਨੇ ਤਾਂ ਇਸ ਨੂੰ ਬਦਨਾਮ ਕਰਨਾ ਜੀ। ਜੇ ਇਸ ਨੂੰ ਬਦਨਾਮ ਕਰਨਗੇ, ਜਿਸ ਤਰੀਕੇ ਨਾਲ ਜਿਹੜੇ ਮੋਦੀ ਸਾਹਿਬ ਨੇ ਪਾਰਲੀਮੈਂਟ ਦੇ ਵਿੱਚ ਜਿਹੜੀ ਸਪੀਚ ਕੀਤੀ ਹੈ, ਉਹਦੇ 'ਚ ਕੀ ਹੈ, ਅੰਦੋਲਨ ਜੀਵੀ ਜੀ। ਫਿਰ ਉਹਨਾਂ ਨੇ ਮਤਲਬ ਇਹ ਗੱਲ ਕਹੀ, ਪਰਜੀਵੀ ਉਹ ਹੁੰਦੇ ਆ ਜਿਹੜੇ ਦੂਸਰੇ ਦੇ ਖੂਨ ਦੇ ਉੱਤੇ ਆਪਣੀ ਜ਼ਿੰਦਗੀ ਉਹਨਾਂ ਦੀ ਬਸਰ ਹੁੰਦੀ ਆ। ਜਿਸ ਤਰ੍ਹਾਂ ਅਸੀਂ ਚਿੱਚੜ ਕਹਿ ਦਈਏ ਉਹ ਪਰਜੀਵੀ ਹੁੰਦੇ ਆ, ਜਿਸ ਤਰ੍ਹਾਂ ਅਸੀਂ ਚੂਹੇ ਕਹਿ ਦਈਏ ਉਹ ਪਰਜੀਵੀ ਹੁੰਦੇ ਆ। ਉਹਨਾਂ ਨੇ ਜਾਣ ਬੁੱਝ ਕੇ ਸੋਚ ਕੇ ਇਹ ਲਫ਼ਜ਼ ਉਹਨਾਂ ਲਈ ਵਰਤੇ ਆ। ਐਗਜ਼ੈਕਟਲੀ ਇਸੇ ਕਿਸਮ ਦੇ ਹਿਟਲਰ ਨੇ ਜਦੋਂ ਉਹਨਾਂ ਨੇ ਜੂਸ ਦਾ ਕਤਲੋਗਾਰਦ ਕੀਤਾ ਜਰਮਨੀ ਦੇ ਵਿੱਚ, ਉਹਨਾਂ ਨੇ ਕੀ ਕਿਹਾ ਜੂਸ ਨੂੰ, ਵੀ ਉਹ ਚੂਹੇ ਆ, ਰੈਟਸ ਆ। ਜੇ ਕੋਈ ਆਦਮੀ ਚੂਹਿਆਂ ਨੂੰ ਮਾਰਦਾ ਤਾਂ ਉਸ ਦੇ ਉੱਤੇ ਕੋਈ ਬੰਦਾ ਕਿੰਤੂ ਪਰੰਤੂ ਨਹੀਂ ਕਰਦਾ, ਕਿਉਂਕਿ ਇੱਕ ਉਹ ਇਸ ਕਿਸਮ ਦੇ ਪਰਜੀਵੀ ਆ ਜਿਹੜੇ ਨੁਕਸਾਨ ਹੀ ਕਰਦੇ, ਫਾਇਦਾ ਤਾਂ ਕਰਨ ਦਾ ਉਹਨਾਂ ਦਾ ਹੁੰਦਾ ਹੀ ਮਤਲਬ ਹੀ ਕੋਈ ਨਹੀਂ। ਇਸੇ ਤਰ੍ਹਾਂ ਚਿੱਚੜ ਆ ਜਾਂ ਹੋਰ ਬਹੁਤ ਸਾਰੇ ਇਸ ਕਿਸਮ ਦੇ ਜਾਨਵਰ ਜੀਵ ਜੰਤੂ ਹੁੰਦੇ ਆ। ਤਾਂ ਇਹ ਸਾਰੀ ਦੀ ਸਾਰੀ ਗੱਲਬਾਤ ਸੋਚ ਸਮਝ ਕੇ ਮੋਦੀ ਸਾਹਿਬ ਨੇ ਪਾਰਲੀਮੈਂਟ ਦੇ ਫਲੋਰ 'ਤੇ ਕੀਤੀ, ਜਿਸ ਤਰੀਕੇ ਨਾਲ ਹਿਟਲਰ ਨੇ ਕੀਤੀ ਸੀਗੀ। ਤਾਂ ਇਸੇ ਤਰੀਕੇ ਨਾਲ ਉਹਨਾਂ ਦੇ ਉੱਤੇ ਮਤਲਬ ਜਿਸ ਤਰ੍ਹਾਂ ਕਹਿੰਦੇ ਨਾ, ਪਹਿਰਾਵੇ ਤੋਂ ਪਛਾਣੇ ਜਾਣਗੇ, ਮੋਦੀ ਸਾਹਿਬ ਨੇ ਕਿਹਾ ਕੱਪੜਿਆਂ ਤੋਂ ਪਛਾਣੇ ਜਾਣਗੇ। ਐਗਜ਼ੈਕਟਲੀ ਉਸੇ ਕਿਸਮ ਦੀ ਹਿਟਲਰ ਨੇ ਗੱਲ ਕੀਤੀ ਸੀ। ਉਹਨਾਂ ਦੇ ਉੱਤੇ ਨਿਸ਼ਾਨ ਲਾ ਦਿੱਤੇ ਸੀ ਜਿਊਸ ਦੇ ਕੱਪੜਿਆਂ ਦੇ ਉੱਤੇ ਵੀ, ਤਾਂ ਕਿ ਉਹ ਪਹਿਚਾਨੇ ਜਾ ਸਕਣ ਵੀ ਆਹ ਜਿਊਸ ਹੈਗੇ। ਤਾਂ ਇਹ ਸਾਰੀ ਦੀ ਸਾਰੀ ਜਿਹੜੀ ਮਤਲਬ ਪ੍ਰਕਿਰਿਆ ਹੋ ਰਹੀ ਹੈ ਮੋਦੀ ਸਾਹਿਬ ਕਰਨੀਓ, ਉਹ ਸਾਰੀ ਦੀ ਸਾਰੀ ਸੋਚੀ ਸਮਝੀ ਚਾਲ ਹੈ। ਉਹ ਇੰਗਲਿਸ਼ ਈਡੀਅਮ ਹੈ ਨਾ, ਗਿਵ ਦ ਡੌਗ ਏ ਬੈਡ ਨੇਮ ਐਂਡ ਕਿਲ ਇਟ। ਜੇ ਕਿਸੇ ਨੂੰ ਤੁਸੀਂ ਮਾਰਨਾ, ਕਿਸੇ ਕੁੱਤੇ ਨੂੰ ਮਾਰਨਾ, ਤੁਸੀਂ ਕਹੋ ਹਲਕਿਆ ਵਾ ਕੁੱਤਾ, ਮਾਰ ਦਿਓ ਇਸ ਨੂੰ। ਤਾਂ ਇਸ ਕਰਕੇ ਇਹ ਸਾਰੀ ਗੱਲ ਬੜੀ ਘਿਨਾਉਣੀ ਹੈ, ਬੜੀ ਗੈਰ ਮਨੁੱਖੀ ਹੈ, ਬੜੀ ਹੀ ਮਤਲਬ ਦਰਦਨਾਕ ਹੈ ਔਰ ਬਹੁਤ ਹੀ ਨਿੰਦਨੀय ਹੈ ਇਹ ਸਾਰਾ ਕੁਛ ਪ੍ਰਕਿਰਿਆ ਜੋ ਕੀਤੀ। ਸਰ, ਇਹ ਤੁਹਾਨੂੰ ਲੱਗਦਾ ਨਹੀਂ ਜਿਹੜਾ ਪਹਿਲਾਂ UAPA ਲੈ ਕੇ ਆਂਦਾ ਗਿਆ, ਤਾਂ ਉਹ ਇਹਨਾਂ ਜੋ ਉਹਨਾਂ ਦੀਆਂ ਮਨਸ਼ਾਵਾਂ ਨੇ ਭਾਜਪਾ ਦੀਆਂ ਜਾਂ RSS ਦੀਆਂ, ਉਹਨਾਂ ਨੂੰ ਪੂਰੀਆਂ ਕਰਨ ਖਾਤਰ ਹੀ ਵੀ UAPA ਲਿਆਂਦਾ ਗਿਆ? ਦੇਖੋ, ਇਹ ਸਾਰੀ ਚੀਜ਼ ਜਿਹੜੀ ਹੈ ਨਾ, ਇਹ ਮੋਦੀ ਸਾਹਿਬ ਮਤਲਬ ਹਿਟਲਰ ਦੀ ਪਾਲਿਸੀ 'ਤੇ ਚੱਲਦੇ ਆ ਔਰ ਉਹ ਸਲੋਲੀ ਐਂਡ ਗ੍ਰੈਜੂਅਲੀ ਉਹੀ ਪਾਲਿਸੀਜ਼ ਲੈ ਕੇ ਆ ਰਿਹਾ, ਜਿਸ ਦੇ ਵਿੱਚ ਨਾ ਵਕੀਲ, ਨਾ ਦਲੀਲ, ਨਾ ਅਪੀਲ, ਨਾ ਵਕੀਲ, ਨਾ ਅਪੀਲ, ਨਾ ਦਲੀਲ, ਕਿਸੇ ਕਿਸਮ ਦੀ ਕੋਈ ਸੁਣਵਾਈ ਹੋ ਹੀ ਨਾ ਸਕੇ। ਜਿਹਨੂੰ ਚਾਹੋ ਤੁਸੀਂ ਅੰਦਰ ਕਰ ਦਿਓ, ਜਿਹਨੂੰ ਚਾਹੇ ਉਹਦੇ 'ਤੇ ED ਦੇ ਛਾਪੇ ਮਰਵਾ ਦਿਓ, ਇਨਕਮ ਟੈਕਸ ਦੇ ਛਾਪੇ ਮਰਵਾ ਦਿਓ, NIA ਦੇ ਛਾਪੇ ਮਰਵਾ ਦਿਓ ਔਰ ਛਾਪੇ ਮਰਵਾਉਣ ਤੋਂ ਬਾਅਦ ਉਹਨਾਂ ਦੇ ਸਾਰੇ ਟੱਬਰਾਂ ਨੂੰ, ਜਨਾਨੀਆਂ ਨੂੰ, ਬੱਚਿਆਂ ਨੂੰ ਪਰੇਸ਼ਾਨ ਕਰੋ ਘੰਟਿਆਂ ਬੱਧੀ ਔਰ ਉਸ ਤੋਂ ਬਾਅਦ ਉਹਨਾਂ ਦੀਆਂ ਮਤਲਬ ਡਾਕੂਮੈਂਟ ਉੱਥੋਂ ਚੱਕ ਕੇ ਲੈ ਜਾਓ ਅਤੇ ਉਹਨਾਂ ਦੀਆਂ ਜਿਹੜੀਆਂ ਤੁਸੀਂ ਪਾਈ ਜਾਓ ਉਹਨਾਂ ਦੀਆਂ ਤਰੀਕਾਂ, ਅਤੇ ਉਹਨਾਂ ਨੂੰ ਪਰੇਸ਼ਾਨ ਕਰੀ ਜਾਓ। ਸਿਰਫ ਅਤੇ ਸਿਰਫ ਉਹਨਾਂ ਨੂੰ ਹੀ ਪਰੇਸ਼ਾਨ ਕੀਤਾ ਜਾ ਰਿਹਾ ਜਿਹੜਾ ਮੋਦੀ ਸਾਹਿਬ ਦੇ ਵਿਚਾਰਾਂ ਦੇ ਵਿਰੋਧ ਦੇ ਵਿੱਚ ਖੜ੍ਹੇ ਹੁੰਦੇ ਆ, ਜਿਹੜੇ ਇਨਸਾਨੀ ਕਦਰਾਂ ਦੇ ਹੱਕ ਦੇ ਵਿੱਚ ਖੜ੍ਹੇ ਹੁੰਦੇ ਆ, ਜਿਹੜੇ ਡੈਮੋਕ੍ਰੈਟਿਕ ਵੈਲਿਊਜ਼ ਨੂੰ ਸਪੋਰਟ ਕਰਦੇ ਆ, ਉਹਨਾਂ ਨੂੰ ਹੀ ਪਰੇਸ਼ਾਨ ਕੀਤਾ ਜਾ ਰਿਹਾ ਮੋਦੀ ਸਾਹਿਬ ਕਰਨੀਓ। ਕਿਉਂਕਿ ਮੋਦੀ ਸਾਹਿਬ ਦੀ ਜਿਹੜੀ ਸਰਕਾਰ ਹੈ ਉਹ ਡੈਮੋਕ੍ਰੈਟਿਕ ਪ੍ਰਿੰਸੀਪਲਸ ਦੀ ਰਿਸਪੈਕਟ ਨਹੀਂ ਕਰਦੀ। ਉਹ ਖਿਆਲਾਂ ਦੀ ਆਜ਼ਾਦੀ ਦੀ ਉਹਨਾਂ ਦੇ ਕੋਲ ਕੋਈ ਵੈਲਿਊ ਨਹੀਂ ਹੈ। ਤਾਂ ਇਸ ਕਰਕੇ ਉਹ ਕੋਈ ਵੀ ਕਿਸੇ ਕਿਸਮ ਦਾ ਡਾਇਸੈਂਟ ਹੈ, ਚਾਹੇ ਕੋਈ ਬੱਚਾ ਕਹਿ ਰਿਹਾ, ਜਿਸ ਤਰੀਕੇ ਦੇ ਨਾਲ ਉਹ ਜਿਹੜੀ ਰਵੀ ਦਿਸ਼ਾ ਜਿਹੜੀ ਸੀ ਕਰਨਾਟਕ ਤੋਂ, ਕਿਸ ਤਰੀਕੇ ਨਾਲ 21 ਸਾਲ ਦੀ ਨੌਜਵਾਨ ਬੱਚੀ ਨੂੰ ਬਗੈਰ ਕਿਸੇ ਕਾਰਨ ਤੋਂ
ਬਗੈਰ ਕਿਸੇ ਰੀਜ਼ਨ ਤੋਂ, ਬਗੈਰ ਕਿਸੇ ਗਰਾਊਂਡ ਤੋਂ ਵਿਚਾਰੀ ਨੂੰ ਫੜ ਕੇ ਕਿਸ ਤਰੀਕੇ ਨਾਲ ਪਰੇਸ਼ਾਨ ਕੀਤਾ ਗਿਆ। ਇਸ ਕਿਸਮ ਦੀਆਂ ਇੱਕ ਨਹੀਂ ਅਨੇਕਾਂ ਮਿਸਾਲਾਂ। ਤੋ ਇਸ ਕਰਕੇ ਇਹ ਸਾਰਾ ਜਿਹੜਾ ਸੰਘਰਸ਼ ਹੈ ਨਾ, ਬਹੁਤ ਵੱਡਾ ਸੰਘਰਸ਼ ਹੈ। ਇਸ ਦੇ ਵਿੱਚ ਸਿਰਫ ਕਿਸਾਨਾਂ ਦੇ ਦੁੱਖ ਦਰਦ ਦਾ ਹੀ ਜਿਹੜਾ ਹੈਗਾ ਚੀਜ਼ ਨਹੀਂ ਹੈ, ਇਸ ਦੇ ਵਿੱਚ ਉਹ ਲੋਕਾਂ ਦੇ ਦੁੱਖ ਤੇ ਦਰਦ ਦੀ ਵੀ ਦਾਸਤਾਨ ਹੈ ਜਿਨ੍ਹਾਂ ਲੋਕਾਂ ਨੂੰ ਬਗੈਰ ਕਿਸੇ ਕਾਰਨ ਤੋਂ ਪਰੇਸ਼ਾਨ ਕੀਤਾ ਜਾ ਰਿਹਾ। ਜੀ ਇਹ ਸਰ ਪਿੱਛੇ ਜੇ ਜੋ ਵਿਦਵਾਨ ਨੇ ਇਹਨਾਂ ਨੇ ਚੱਕੇ ਨੇ ਭਾਜਪਾ ਨੇ, ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਰੱਖਿਆ ਗਿਆ, ਤੇ ਉਸ ਤੋਂ ਬਾਅਦ ਜਿਵੇਂ ਯੂਨੀਵਰਸਿਟੀ ਦੀ, ਆਪਣੇ ਪੰਜਾਬ ਯੂਨੀਵਰਸਿਟੀ ਦੀ ਗੱਲ ਕਰੀਏ, ਸੈਨੇਟ ਭੰਗ ਕਰਨ ਦੀ ਇਹਨਾਂ ਦੀ ਪਿੱਛੇ ਮਨਸ਼ਾ ਕੀ ਲੱਗਦੀ ਹੈ ਤੁਹਾਨੂੰ? ਦੇਖੋ, ਸਾਰੀਆਂ ਯੂਨੀਵਰਸਿਟੀਆਂ, ਐਕੈਡੈਮਿਕ ਜਿਹੜੇ ਹੁੰਦੇ ਨਾ ਅਦਾਰੇ, ਖਾਸ ਤੌਰ 'ਤੇ ਯੂਨੀਵਰਸਿਟੀਆਂ, ਉਹਦੇ ਵਿੱਚ ਖਿਆਲਾਂ ਦੀ ਆਜ਼ਾਦੀ ਹੁੰਦੀ ਹੈ ਜੀ। ਤੁਸੀਂ ਆਪਣਾ ਓਪੀਨੀਅਨ ਐਕਸਪ੍ਰੈਸ ਕਰ ਸਕਦੇ ਹੋ, ਲਿਖ ਕੇ ਕਰ ਸਕਦੇ ਹੋ, ਬੋਲ ਕੇ ਕਰ ਸਕਦੇ ਹੋ ਜੀ। ਤੋ ਇਹ ਸਾਰੇ ਜਿੰਨੇ ਵੀ ਅਦਾਰੇ ਆ ਇਸ ਮੁਲਕ ਦੇ ਵਿੱਚ, ਜਿਹੜੇ ਆਜ਼ਾਦੀ ਪਸੰਦ ਆ, ਆਪਣੇ ਖਿਆਲਾਂ ਨੂੰ ਖੁੱਲ੍ਹ ਕੇ ਮਤਲਬ ਉਹ ਐਕਸਪ੍ਰੈਸ ਕਰਦੇ ਆ, ਚਾਹੇ ਸਰਕਾਰ ਨੂੰ ਮਨਜ਼ੂਰ ਹੋਵੇ ਜਾਂ ਨਾ ਮਨਜ਼ੂਰ ਹੋਵੇ ਜੀ। ਤੋ ਇਸ ਕਰਕੇ ਉਹਨਾਂ ਸਾਰਿਆਂ ਜਿਹੜੇ ਖਿਆਲ ਆ, ਜਿਹੜੇ ਡਾਈਸੈਂਟ ਦਿੰਦੇ ਆ ਜੀ, ਉਹ ਡਾਈਸੈਂਟ ਨੂੰ ਖ਼ਤਮ ਕਰਨ ਦੀ ਇੱਕ ਬਹੁਤ ਵੱਡੀ ਗਿਣੀ ਮਿੱਥੀ ਚਾਲ ਆ ਮੋਦੀ ਸਾਹਿਬ ਦੀ, ਅਤੇ ਮੋਦੀ ਸਾਹਿਬ ਦੀ ਜਿਹੜੀ RSS ਅਤੇ ਜੋ BJP ਜਿਹੜੀ ਪਾਰਟੀਆਂ ਹੀ ਹੈਗੀਆਂ ਜਿਹੜੀਆਂ ਉਹਨਾਂ ਨੂੰ ਸਪੋਰਟ ਦੇ ਰਹੀਆਂ ਜੀ। ਸਰ ਜਿੱਦਾਂ ਆਪਣੀਆਂ ਪੰਥਕ ਸ਼ਖਸੀਅਤਾਂ ਨੇ ਜਾਂ ਪੰਥਕ ਆਪਣੀਆਂ ਸੰਸਥਾਵਾਂ ਨੇ, ਤੁਹਾਨੂੰ ਕੀ ਲੱਗਦਾ ਵੀ ਉਹ ਇਸ ਦੇ ਵਿੱਚ ਬਣਦਾ ਯੋਗਦਾਨ ਪਾ ਰਹੀਆਂ ਨੇ ਅੰਦੋਲਨ ਦੇ ਵਿੱਚ? ਦੇਖੋ, ਜਿਹੜਾ ਅੰਦੋਲਨ ਦੇ ਵਿੱਚ ਮਾਸ ਅਪਸਰਜ ਹੈ ਜੀ, ਇਹ ਇੱਕ ਕਿਸਮ ਦੇ ਲੋਕਾਂ ਦਾ ਇਤਨਾ ਬੜਾ ਉਬਾਲ ਹੈ, ਇਤਨਾ ਬੜਾ ਉਭਾਰ ਹੈ ਕਿ ਉਹ ਆਪ ਹੀ ਉੱਠ ਖੜੇ ਹੈ ਜੀ। ਇਸ ਦਾ ਕੋਈ ਲੀਡਰ ਨਹੀਂ ਹੈ ਜੀ। ਇਹ ਗੁਰੂ ਨਾਨਕ ਦੀ ਵਿਚਾਰਧਾਰਾ ਦੇ ਉੱਤੇ ਹੈ, ਲੋਕਾਂ ਦਾ ਅਪਸਰਜ ਹੈ। ਲੋਕ ਇਸ ਦੇ ਲੀਡਰ ਹੈ ਜੀ। ਜਿਹੜੇ ਲੀਡਰ ਹੈ ਆਪਣੇ ਆਪ ਨੂੰ ਕਹਾਉਂਦੇ, ਉਹ ਲੋਕਾਂ ਦੀ ਵਿਚਾਰਧਾਰਾ 'ਤੇ, ਲੋਕਾਂ ਦੇ ਓਪੀਨੀਅਨ 'ਤੇ ਆਪਣੀ ਗੱਲ ਕਰਦੇ ਆ। ਉਹਨਾਂ ਨੂੰ ਆਜ਼ਾਦੀ ਨਹੀਂ ਵੀ ਕਿਸੇ ਤਰੀਕੇ ਨਾਲ, ਜਿਸ ਤਰ੍ਹਾਂ ਪਹਿਲਾਂ ਹੁੰਦਾ ਹੈ, ਆਪਣਾ ਮੁੱਲ ਪਵਾ ਕੇ ਕਾਲਾ ਮਾਲਾ ਕਰਕੇ ਖ਼ਤਮ ਕਰ ਦੇਣ, ਜਿਸ ਤਰ੍ਹਾਂ ਲੌਂਗੋਵਾਲ ਨੇ ਰਾਜੀਵ ਲੌਂਗੋਵਾਲ ਅਕੋਰਡ ਕਰਕੇ ਜਿਹੜਾ ਧਰਮ ਯੁੱਧ ਮੋਰਚਾ ਸੀ ਉਸ ਨੂੰ ਖ਼ਤਮ ਕਰ ਦਿੱਤਾ ਜੀ। ਤੋ ਇਹ ਜਿਹੜਾ ਇਹ ਸੰਘਰਸ਼ ਹੈ, ਇਹ ਸੰਘਰਸ਼ ਲੋਕਾਂ ਦਾ, ਲੋਕ ਇਸ ਦੇ ਲੀਡਰ ਆ ਜੀ। ਗੁਰੂ ਨਾਨਕ ਦੀ ਵਿਚਾਰਧਾਰਾ ਇਸ ਦੀ ਲੀਡਰ ਹੈ ਜੀ। ਸਰ ਜਿੱਦਾਂ ਤੁਸੀਂ ਰਾਜੀਵ ਲੌਂਗੋਵਾਲ ਸਮਝੌਤੇ ਦੀ ਗੱਲ ਕੀਤੀ ਹੈ, ਤਾਂ ਵਿੱਚੋਂ ਹੁਣ ਨੌਜਵਾਨਾਂ ਵੱਲੋਂ ਗੱਲਾਂ ਵੀ ਉੱਠ ਰਹੀਆਂ ਨੇ, ਜੇਕਰ ਲੀਡਰ ਸਮਝੌਤਾ ਕਰਕੇ ਕੋਈ ਆਏ ਤਾਂ ਅਸੀਂ ਹਸ਼ਰ ਜੋ ਕਰਨਾ ਇਹਨਾਂ ਦਾ ਲੀਡਰਾਂ ਦਾ, ਉਹ ਲੌਂਗੋਵਾਲ ਵਾਲਾ ਕਰਾਂਗੇ। ਦੇਖੋ, ਉਹ ਤਾਂ ਉਹਨਾਂ ਦਾ ਓਪੀਨੀਅਨ ਹੈ ਨਾ, ਉਹ ਉਹਨਾਂ ਦੇ ਹੱਥ ਵਿੱਚ ਕੁਝ ਵੀ ਨਹੀਂ ਹੈ ਜੀ। ਜਦੋਂ ਜਿਹੜਾ ਲੌਂਗੋਵਾਲ ਸੀ ਉਹਨੂੰ ਤਾਂ ਪਲੋਸ ਲਿਆ, ਲੌਂਗੋਵਾਲ ਨੂੰ ਪਲੋਸ ਲਿਆ, ਬਰਨਾਲੇ ਨੂੰ ਪਲੋਸ ਲਿਆ, ਬਲਵੰਤ ਸਿੰਘ ਨੂੰ ਪਲੋਸ ਲਿਆ। ਉਹਨਾਂ ਨੂੰ ਪਲੋਸ ਕੇ ਆਪਣੀ ਬੁੱਕਲ ਦੇ ਵਿੱਚ ਲੈ ਕੇ ਇੱਕ ਐਸਾ ਸਮਝੌਤਾ ਕੀਤਾ ਜਿਸ ਦੇ ਨਾਲ ਜਿਹੜੀਆਂ ਮਤਲਬ ਜੋ ਡਿਮਾਂਡ ਸੀਗੀਆਂ ਧਰਮ ਯੁੱਧ ਮੋਰਚੇ ਦੀਆਂ, SYL ਦੇ ਉੱਤੇ, ਹੋਰ ਮਤਲਬ ਜਿਹੜੇ ਇਸ਼ੂ ਸੀ, ਉਹ ਸਾਰਿਆਂ ਦਾ ਮਲੀਆ ਮੇਟ ਕਰ ਦਿੱਤਾ। ਆਪ ਹੀ ਲਿਖ ਕੇ ਦਿੱਤਾ ਲੌਂਗੋਵਾਲ ਨੇ, ਰਾਜੀਵ ਲੌਂਗੋਵਾਲ ਅਕੋਰਡ ਦੇ ਵਿੱਚ ਵੀ ਅਸੀਂ ਤੁਹਾਨੂੰ SYL ਪੱਟ ਕੇ ਦੇਵਾਂਗੇ। 9ਵੀਂ ਧਾਰਾ ਉਹਦੀ, 9ਵੀਂ ਉਹਦੀ ਕਲੌਜ਼ ਆ, ਜਿਹੜੀ ਕਿ ਮੈਂ ਆਪਣੀਆਂ ਕਿਤਾਬ ਦੇ ਵਿੱਚ ਲਿਖੀ ਵੀ, ਇੰਡੀਆ ਕਮਿਊਨਿਸਟ ਸੁਸਾਇਟੀ, ਔਰ ਜਿਹੜਾ ਮੈਂ ਲਿਖਿਆ ਸੀ, ਜਿਹੜਾ ਉਹਨਾਂ ਦਾ ਸੀਗਾ ਵਾਈਟ ਪੇਪਰ SGPC ਦਾ, ਮੈਂ ਲਿਖਿਆ ਸੀ, ਉਸ ਦੇ ਵਿੱਚ ਮੈਂ ਸਾਰੀ ਡਿਟੇਲ ਦਿੱਤੀ ਵੀ ਆ ਵੀ ਇਹ ਕੀ ਸੀ ਰਾਜੀਵ ਲੌਂਗੋਵਾਲ ਅਕੋਰਡ। ਉਸ ਦੇ ਵਿੱਚ ਲੌਂਗੋਵਾਲ ਦੀ ਬੇਹੱਦ ਬੇਈਮਾਨੀ, ਇਸੇ ਤਰੀਕੇ ਨਾਲ ਬਰਨਾਲੇ ਦੀ ਬੇਈਮਾਨੀ, ਬਲਵੰਤ ਸਿੰਘ ਦੀ ਬੇਈਮਾਨੀ, ਔਰ ਬਰਨਾਲੇ ਨੂੰ ਜੋ ਉਸਦਾ ਅਵਾਰਡ ਮਿਲਿਆ ਕਿ ਬਾਅਦ ਦੇ ਵਿੱਚ ਉਸਨੂੰ ਚੀਫ ਮਿਨਿਸਟਰ, ਅਤੇ ਫਿਰ ਮਰਦੇ ਦਮ ਤੱਕ ਉਹ ਗਵਰਨਰ ਰਿਹਾ, ਬੈੱਡ ਦੇ ਉੱਤੇ ਪਿਆ ਵੀ, ਹਸਪਤਾਲ 'ਚ ਪਿਆ ਵੀ ਗਵਰਨਰ ਰਿਹਾ, ਚਾਹੇ BJP ਦੀ ਸਰਕਾਰ ਆਈ ਚਾਹੇ ਕਾਂਗਰਸ ਦੀ ਸਰਕਾਰ ਆਈ, ਉਹਨੂੰ ਇਨਾਮ ਮਿਲਿਆ ਉਸ ਗੱਲ ਦਾ ਜੀ। ਸਰ ਜਿੱਦਾਂ ਤੁਸੀਂ ਗੱਲ ਕੀਤੀ ਆ, ਤੁਸੀਂ ਸਿੱਖ ਚਿੰਤਕ ਵੀ ਹੋ, ਤੁਸੀਂ ਵਾਈਟ ਪੇਪਰ ਵੀ ਜਿਹੜਾ ਇਹਨਾਂ ਉਸ ਦੇ ਧਾਰਾ 25B ਦੇ ਵਿੱਚ ਜਿਹੜਾ ਸਿੱਖਾਂ ਨੂੰ ਕੇਸਾਧਾਰੀ ਹਿੰਦੂ ਲਿਖਿਆ ਗਿਆ, ਇੱਕ ਦੇਖੋ ਉਸ ਦੇ ਵਿੱਚ ਕੇਸਾਧਾਰੀ ਹਿੰਦੂ ਨਹੀਂ ਲਿਖਿਆ ਗਿਆ ਜੀ। ਉਸ ਦੇ ਵਿੱਚ ਜਿਹੜੀ ਕਿਰਪਾਨ ਪਹਿਨਣ ਦੀ ਆਜ਼ਾਦੀ ਜੀ ਕਾਨੂੰਨੀ ਤੌਰ ਦੇ ਉੱਤੇ ਸਿੱਖਾਂ ਨੂੰ ਦਿੱਤੀ ਗਈ ਹੈ ਜੀ, ਸਮਝੀ ਕਿ ਨਹੀਂ ਜੀ। ਤਾਂ ਉਸ ਗੱਲ ਨਾਲ ਸਿੱਖ ਸੈਪਰੇਟ ਆਇਡੈਂਟੀਟੀ ਐਸਟੈਬਲਿਸ਼ ਹੁੰਦੀ ਆ ਜੀ। ਤੋ ਇਹ ਗੱਲ ਨਾ ਤਾਂ ਹਿੰਦੂਆਂ ਨੂੰ ਦਿੱਤੀ ਗਈ, ਨਾ ਮੁਸਲਮਾਨਾਂ ਨੂੰ, ਨਾ ਜੈਨੀਆਂ ਨੂੰ, ਨਾ ਕਿਸੇ ਹੋਰ ਨੂੰ। ਤੋ ਇਸ ਕਰਕੇ ਹੁਣ ਇਹ ਗੱਲ ਜਿਹੜੀ ਹੈ ਇਹ ਬੜੀ ਇੰਪੋਰਟੈਂਟ ਹੈ। ਉਸ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਕੰਪਲੀਟ ਹੋਣੀਆਂ, ਜਿਸ ਤਰ੍ਹਾਂ ਜਿਹੜਾ ਹੈਗਾ ਮੈਰਿਜ ਦੇ ਉੱਤੇ, ਆਨੰਦ ਮੈਰਿਜ ਐਕਟ ਜਿਹੜਾ ਸੀ 1909 'ਚ ਪਾਸ ਹੋਇਆ ਸੀ ਅੰਗਰੇਜ਼ਾਂ ਦੇ ਪੀਰੀਅਡ ਦੇ ਵਿੱਚ, ਉਸ ਦੇ ਲਈ ਜ਼ਰੂਰੀ ਆ ਕਿ ਸਾਡੇ ਆਪਣੀਆਂ ਜਿਹੜੀਆਂ ਸੋਸ਼ਲ ਜਿੰਨੀਆਂ ਵੀ ਸਾਡੀਆਂ ਈਵੈਂਟਸ ਆ
ਉਹ ਸੈਪਰੇਟ ਹੈ ਹਿੰਦੂਆਂ ਦੇ ਨਾਲੋਂ। ਜੀ ਚਾਹੇ ਆਨੰਦ ਮੈਰਿਜ ਦੀ ਤੁਸੀਂ ਗੱਲ ਕਰ ਲਓ, ਚਾਹੇ ਅੱਗੇ ਜਾ ਕੇ ਤੁਸੀਂ ਜਦੋਂ ਕੋਈ ਆਦਮੀ ਗੁਜ਼ਰਦਾ ਉਸ ਵੇਲੇ ਜੋ ਰਸਮੋ ਰਿਵਾਜ ਜੋ ਹੁੰਦੇ ਆ ਉਹ ਸਾਡੇ ਸੈਪਰੇਟ ਆ, ਜਿਹੜੇ ਸਿੱਖ ਗੁਰੂਆਂ ਨੇ ਐਸਟੈਬਲਿਸ਼ ਕੀਤੇ ਹੋਏ ਆ, ਉਹਨਾਂ ਦੀ ਹੈਰੀਟੇਜ ਆ। ਤੋ ਉਸ ਗੱਲ ਲਈ ਸਾਨੂੰ ਸੰਘਰਸ਼ ਕਰਨਾ ਚਾਹੀਦਾ, ਸਾਨੂੰ ਉਹਦੇ ਲਈ ਯਤਨਸ਼ੀਲ ਹੋਣਾ ਚਾਹੀਦਾ, ਉਹਦੇ 'ਤੇ ਕਿਸੇ ਕਿਸਮ ਦਾ ਕੋਈ ਕੰਪਰੋਮਾਈਜ਼ ਸਾਨੂੰ ਕਰਨ ਦੀ ਜ਼ਰੂਰਤ ਨਹੀਂ। ਜੀ ਸਰ, ਇੱਕ ਹੋਰ ਸਵਾਲ ਹੈ, ਜਿੱਦਾਂ ਸਿੱਖਾਂ ਨੂੰ ਖਾਲਿਸਤਾਨ ਦੇ ਨਾਮ ਨਾਲ ਜੋੜਿਆ ਜਾਂਦਾ, ਡਰਾਇਆ ਜਾਂਦਾ ਹੈ, ਜਿੱਦਾਂ ਗੁਰਪਤਵੰਤ ਪੰਨੂ ਹੋਣੀ ਜਿਹੜੇ ਅਮਰੀਕਾ ਵਾਲੇ ਨੇ ਉਹ ਰੈਫਰੈਂਡਮ ਦੀ ਗੱਲ ਕਰਦੇ ਨੇ, ਤਾਂ ਉਹਨਾਂ ਨਾਲ ਵੀ ਜਿਹੜੇ ਬੰਦੇ ਵਿਚਾਰਧਾਰਾ ਨਾਲ ਸੁਮੇਲ ਰੱਖਦੇ ਨੇ ਉਹਨਾਂ ਨੂੰ ਵੀ ਡਰਾਇਆ ਜਾਂਦਾ। ਪਰ ਜਦ ਹਿੰਦੂ ਰਾਸ਼ਟਰ ਦੀ ਗੱਲ ਕਰਦੇ ਹਾਂ ਤਾਂ ਮੰਨ ਲਓ ਕੋਈ ਨਹੀਂ ਡਰਾਉਂਦਾ ਉਹਨਾਂ ਨੂੰ। ਦੇਖੋ, ਹਿੰਦੂ ਰਾਸ਼ਟਰ ਜਿਹੜਾ ਹੈਗਾ ਉਹ ਕੋਈ ਉਹਦੀ ਲੈਜੀਟੀਮੇਸੀ ਨਹੀਂ ਜੀ। ਪਹਿਲੀ ਗੱਲ ਤਾਂ ਹਿੰਦੂ ਇੱਕ ਧਰਮ ਨਹੀਂ ਹੈ ਹਿੰਦੂਇਜ਼ਮ, ਉਹਦੇ 'ਚ ਬਹੁਤ ਵੱਖਰੇ ਵੱਖਰੇ ਸ਼ੇਡਸ ਆ। ਜਿਵੇਂ ਹੁਣ ਤੁਸੀਂ ਬੰਗਾਲ ਦੇ ਵਿੱਚ ਇਹ ਹਰੇ ਸ਼੍ਰੀ ਰਾਮ ਦੀ ਗੱਲ ਕਰਦੇ ਆ, ਸ਼੍ਰੀ ਰਾਮ ਦੀ ਜੈ ਸ਼੍ਰੀ ਰਾਮ ਦੀ ਗੱਲ ਕਰਦੇ ਆ, ਉਹ ਨਹੀਂ ਮੰਨਦੇ ਜੀ। ਬੰਗਾਲੀ ਹਿੰਦੂ ਜੋ ਇਹ ਮਤਲਬ ਇੱਧਰਲਾ ਨਾਰਥ ਇੰਡੀਆ ਦਾ ਹਿੰਦੂ ਆ, ਉਹ ਜੋ ਕੁਛ ਉਹ ਕਰਦਾ ਉਹਨੂੰ ਨਹੀਂ ਮੰਨਦੇ। ਜਿਸ ਤਰੀਕੇ ਨਾਰਥ ਇੰਡੀਅਨ ਜਿਹੜਾ ਹਿੰਦੂ ਆ ਉਹ ਵੈਜੀਟੇਰੀਅਨ ਆ ਟੋਟਲੀ, ਪਰ ਜਿਹੜਾ ਹਿੰਦੂ ਬੰਗਾਲ 'ਚ ਰਹਿ ਰਿਹਾ ਉਹ ਨਾਨ ਵੈਜੀਟੇਰੀਅਨ ਹੈ, ਉਹ ਫਿਸ਼ ਉਹਦੀ ਸਟੈਪਲ ਫੂਡ ਹੈ। ਤੋ ਹਿੰਦੂਇਜ਼ਮ ਦੇ ਵਿੱਚ ਬਹੁਤ ਕਿਸਮ ਦੀਆਂ ਸ਼ੇਡਸ ਹੈਗੀਆਂ। ਹਿੰਦੂਇਜ਼ਮ ਇੱਕ ਕੋਹੀਸਿਵ ਰਿਲੀਜਨ ਨਹੀਂ ਹੈ ਜਿਹੜਾ ਕਿ ਮਤਲਬ ਜਿਸ ਤਰੀਕੇ ਨਾਲ ਹਿੰਦੂਇਜ਼ਮ ਦੇ ਵਿੱਚ ਜਿਹੜਾ ਵਿਚਾਰਾ ਸ਼ੂਦਰ ਆ ਉਸ ਨੂੰ ਤਾਂ ਕਿਸੇ ਕਿਸਮ ਦਾ ਹੱਕ ਹੀ ਨਹੀਂ। ਤੋ ਇਹ ਬੜਾ ਮਤਲਬ ਬੇਇਨਸਾਫੀ ਆ ਇੱਕ ਇਨਸਾਨੀਅਤ ਦੇ ਐਡੇ ਬੜੇ ਵਰਗ ਦੇ ਨਾਲ। ਅੱਜ ਜਿਹੜੀ ਜੋ ਮਰਜ਼ੀ ਕਹੀ ਜਾਵੇ, ਮੋਹਨ ਭਗਵਤ ਜਾਂ RSS ਵਾਲੇ, ਉਹ ਕਦੇ ਉਹਨਾਂ ਨੂੰ ਪੁੱਛ ਕੇ ਦੇਖੋ ਵੀ ਤੁਸੀਂ ਕਾਸਟ ਸਿਸਟਮ ਨੂੰ ਮੰਨਦੇ ਹੋ ਜਾਂ ਨਹੀਂ ਮੰਨਦੇ। ਉਹ ਕਦੇ ਨਹੀਂ ਕਹਿਣਗੇ ਵੀ ਅਸੀਂ ਨਹੀਂ ਮੰਨਦੇ, ਉਹ ਮੰਨਦੇ ਆ। ਹਿੰਦੂਇਜ਼ਮ ਦਾ ਸਟੀਲ ਫਰੇਮ ਉਹਨੂੰ ਕਹਿੰਦੇ ਆ ਅੰਗਰੇਜ਼ੀ ਦੇ ਵਿੱਚ, ਉਸ ਦੇ 'ਚ ਬੰਨਿਆ ਹੋਇਆ ਹਿੰਦੂਇਜ਼ਮ ਕਾਸਟ ਇੰਸਟੀਟਿਊਸ਼ਨ 'ਚ। ਉਹ ਬ੍ਰਹਮਾ ਦਾ ਕਹਿੰਦੇ ਨਾ, ਬ੍ਰਹਮਾ ਜਿਹੜਾ ਜਿਹਨੇ ਕ੍ਰੀਏਟਰ ਆਫ ਹਿਊਮੈਨਿਟੀ ਇਨਸਾਨ ਪੈਦਾ ਕੀਤੇ ਹੈ, ਉਸ ਦੇ ਸਿਰ 'ਚੋਂ ਜਿਹੜਾ ਹੈਗਾ ਬ੍ਰਾਹਮਣ ਨਿਕਲਦਾ, ਉਸ ਦੇ ਹੱਥਾਂ ਦੇ ਵਿੱਚੋਂ ਛਤਰੀ ਨਿਕਲਦਾ, ਪੇਟ ਦੇ ਵਿੱਚੋਂ ਵੈਸ਼ ਨਿਕਲਦਾ, ਪੈਰਾਂ ਦੇ ਨੀਚੇ ਤੋਂ ਜਿਹੜਾ ਹੈਗਾ ਸ਼ੂਦਰ ਉਹ ਉਪਜਦਾ ਹੈ। ਤੋ ਉਹ ਇਸ ਦੇ ਵਿੱਚ ਇਕੁਐਲਿਟੀ ਨਹੀਂ ਹੈ। ਹਿੰਦੂਇਜ਼ਮ ਦੇ ਵਿੱਚ ਇਕੁਐਲਿਟੀ ਦਾ ਪ੍ਰਿੰਸੀਪਲ ਨਹੀਂ ਹੈ। ਉਹਦੇ ਵਿੱਚ ਹਾਇਰਾਰਕੀਕਲ ਸਿਸਟਮ ਆ, ਉੱਪਰੋਂ ਨੀਚੇ, ਨੀਚੇ ਤੋਂ ਨੀਚੇ, ਨੀਚੇ ਤੋਂ ਨੀਚੇ, ਨੀਚੇ ਤੋਂ ਨੀਚੇ, ਅਤ ਨੀਚ। ਤੋ ਇਸ ਕਰਕੇ ਸਾਡਾ ਤਾਂ ਜਿਹੜਾ ਧਰਮ ਹੈ ਉਹ ਬਹੁਤ ਉੱਚਾ ਧਰਮ ਹੈ, ਜਿਸ ਦੇ ਵਿੱਚ ਸਾਰੇ ਲੋਕਾਂ ਨੂੰ ਟੋਟਲ ਇਕੁਐਲਿਟੀ ਦਿੱਤੀ ਹੈ ਗੁਰੂ ਨੇ, ਜਿਸ ਦੇ ਵਿੱਚ ਕੋਈ ਊਚ ਨੀਚ ਹੈ ਹੀ ਨਹੀਂ। ਤੋ ਇਸ ਕਾਸਟ ਇੰਸਟੀਟਿਊਸ਼ਨ ਨੂੰ ਅਸੀਂ ਮੰਨਦੇ ਹੀ ਨਹੀਂ। ਅਸੀਂ ਕਾਸਟ ਇੰਸਟੀਟਿਊਸ਼ਨ ਦੇ ਟੋਟਲ ਵਿਰੋਧੀ ਹਾਂ। ਇਸ ਨੂੰ ਅਸੀਂ ਉਖੇੜਨਾ ਚਾਹੁੰਦੇ ਹਾਂ। ਜਿੱਦਾਂ ਆਪਣੇ ਪਿੰਡਾਂ ਦੇ ਵਿੱਚ ਹੁਣ ਜਿਹੜੇ ਗੁਰਦੁਆਰੇ ਨੇ ਜੀ, ਉਹ ਆਪਣੇ ਜਾਤਾਂ ਦੇ ਨਾਮ 'ਤੇ ਬਣਨ ਲੱਗ ਗਏ, ਤਾਂ ਮੰਨ ਲਓ ਇਹ RSS ਦਾ ਕੋਈ ਕਲਾਵਾ ਹੈ ਜਾਂ ਮੰਨ ਲਓ ਆਪਣੇ ਲੋਕਾਂ ਦੇ ਵਿੱਚ ਲੋਕਾਂ ਦੀ ਬੇਸਮਝੀ ਦਾ ਨਤੀਜਾ, ਜਿਹਦੇ ਵਿੱਚ RSS ਦਾ ਵੀ ਪ੍ਰਚਾਰ ਇੱਕ ਫੈਕਟਰ ਹੈਗਾ। ਤੇ ਇਹ ਗੱਲ ਸਿੱਖੀ ਦੇ ਵਿਰੋਧ 'ਚ ਆ, ਸਿੱਖੀ ਦੇ ਹੱਕ ਵਿੱਚ ਨਹੀਂ। ਸਿੱਖੀ ਦੇ ਵਿੱਚ ਕਾਸਟ ਇੰਸਟੀਟਿਊਸ਼ਨ ਹੈ ਹੀ ਨਹੀਂ, ਕਾਸਟਲੈਸ ਸੁਸਾਇਟੀ ਹੈ, ਕਲਾਸਲੈਸ ਕਾਸਟਲੈਸ ਸੁਸਾਇਟੀ ਆ ਸੀ। ਔਰ ਇਹੀ ਗੱਲ ਜਿਹੜੀ ਆ ਕਰਕੇ ਦਿਖਾਈ ਆ ਸਿੱਖਾਂ ਨੇ ਜਦੋਂ ਸਿੱਖਾਂ ਦਾ ਰਾਜ ਸੀ, ਸਮਝੇ ਕਿ ਨਹੀਂ। ਤੋ ਉਸ ਜਿਹੜਾ ਸਿੱਖਾਂ ਨੇ ਰਾਜ ਕੀਤਾ ਉਹ ਦੁਨੀਆ 'ਚ ਸਭ ਤੋਂ ਬਿਹਤਰੀਨ ਰਾਜ ਆ। ਤੁਹਾਨੂੰ ਪਤਾ ਹੀ ਆ, ਜਿਹੜੀ BBC ਆ ਉਸਨੇ ਸਰਵੇ ਕਰਾਇਆ ਸੀ, 500 ਇਤਿਹਾਸਕਾਰਾਂ ਦੀ ਅਪਾਇੰਟਮੈਂਟ ਕੀਤੀ, ਉਹਨਾਂ ਤੋਂ ਇਹ ਫੈਸਲਾ ਲਿਆ ਵੀ ਦੱਸੋ ਹੁਣ ਤੱਕ ਦਾ ਮਾਨਵਤਾ 'ਚ ਸਭ ਤੋਂ ਬਿਹਤਰੀਨ ਜਿਹੜਾ ਰਾਜ ਕਿਸ ਨੇ ਕੀਤਾ ਤੇ ਕਦੋਂ ਕੀਤਾ। ਉਹਨਾਂ ਨੇ ਬਹੁਤ ਓਵਰਵੈਲਮਿੰਗ ਮੈਜੋਰਟੀ ਦੇ ਨਾਲ ਇਹ ਗੱਲ ਕਹੀ ਆ ਕਿ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਅੱਜ ਤੱਕ ਦੁਨੀਆ ਦੇ 'ਚ ਸਭ ਤੋਂ ਬਿਹਤਰੀਨ ਰਾਜ ਸੀ। ਸਮਝੇ ਕਿ ਨਹੀਂ। ਤੋ ਇਸੇ ਤਰੀਕੇ ਨਾਲ ਹੁਣ ਦੇਖੋ ਆ ਲੋਕਡਾਊਨ ਹੋਇਆ, ਕਿਸ ਤਰੀਕੇ ਨਾਲ ਕਰੋੜਾਂ ਬੰਦੇ ਸੜਕਾਂ ਦੇ ਉੱਤੇ ਰੁਲਦੇ, ਪਾਣੀ ਦੇ ਪਿਆਸੇ, ਰੋਟੀ ਤੋਂ ਮਤਲਬ ਬਿਲਕੁਲ ਉਹਨਾਂ ਨੂੰ ਵਿਚਾਰਿਆਂ ਨੂੰ ਕੋਈ ਖਾਣ ਨੂੰ ਕੁਛ ਮਿਲਦਾ ਨਹੀਂ ਸੀ, ਬੱਚਿਆਂ ਨੂੰ, ਔਰਤਾਂ ਨੂੰ। ਸਿਰਫ ਤੇ ਸਿਰਫ ਸਿੱਖਾਂ ਨੇ ਲੰਗਰ ਚਲਾ ਕੇ ਲੱਖਾਂ ਲੋਕਾਂ ਨੂੰ, ਉਹਦੇ 'ਚ ਕਿਸੇ ਨੇ ਨਹੀਂ ਪੁੱਛਿਆ ਵੀ ਤੇਰੀ ਜ਼ਾਤ ਕੀ ਹੈ, ਤੇਰਾ ਧਰਮ ਕੀ ਹੈ। ਹਰ ਜਿਹੜਾ ਭੁੱਖਾ ਹੈ ਉਸ ਨੂੰ ਵਿਚਾਰੇ ਨੂੰ ਭੋਜਨ ਦਿੱਤਾ। ਹੁਣ ਵੀ ਜਿਹੜਾ ਅੰਦੋਲਨ ਚੱਲ ਰਿਹਾ, ਜੋ ਵੀ ਸੰਘਰਸ਼ ਚੱਲ ਰਿਹਾ, ਉਸ ਦੇ ਵਿੱਚ ਜਿਹੜੇ ਉੱਥੇ ਸਿਪਾਹੀ ਖੜ੍ਹੇ ਆ ਜਿਨ੍ਹਾਂ ਨੇ ਡੰਡੇ ਵੀ ਮਾਰੇ ਆ ਸਿੱਖਾਂ ਦੇ ਉੱਤੇ, ਉਹਨਾਂ ਨੂੰ ਵੀ ਪ੍ਰਸ਼ਾਦ ਛਕਾਇਆ, ਉਹਨਾਂ ਨੂੰ ਵੀ ਪਾਣੀ ਛਕਾਇਆ, ਉਹਨਾਂ ਨੂੰ ਭੋਜਨ ਦਿੱਤਾ। ਤੋ ਉੱਥੇ ਜਿਹੜੇ ਜਿੱਥੇ ਇਹ ਬਾਰਡਰ ਦੇ ਉੱਤੇ ਬੈਠੇ ਆ ਸਿੱਖ ਸੰਘਰਸ਼ ਕਰ ਰਹੇ, ਉੱਥੇ ਦੇ ਜਿਹੜੇ ਗਰੀਬ ਲੋਕ ਆ, ਝੁੱਗੀ ਝਾਪੜੀ 'ਚ ਰਹਿੰਦੇ ਆ ਵਿਚਾਰੇ, ਜਿਨ੍ਹਾਂ ਦੇ ਕੋਲ ਕੋਈ ਖਾਣ ਪੀਣ ਨੂੰ ਵੀ ਨਹੀਂ, ਉਹਨਾਂ ਨੂੰ ਵੀ ਭੋਜਨ ਛਕਾਇਆ ਜਾ ਰਿਹਾ, ਲੰਗਰ ਛਕਾਇਆ ਜਾ ਰਿਹਾ।
ਸੋ ਸਰ ਕਿੱਦਾਂ ਲੱਗਦਾ ਜੋ ਆਪਣਾ ਇਹ ਸਿਆਸਤ ਨਾਲ ਹੀ ਲੜਾਈ ਹੋ ਰਹੀ ਹੈ, ਜੋ ਸੰਘਰਸ਼ ਚੱਲ ਰਿਹਾ ਕਿਸਾਨੀ ਸੰਘਰਸ਼, ਪਰ ਪੰਜਾਬ ਸਰਕਾਰ ਹੈ ਭਾਵੇਂ ਉਹ ਹਰਿਆਣਾ ਸਰਕਾਰ ਵਾਲੀ ਜਾਂ ਸਟੇਟ ਸਰਕਾਰਾਂ ਨੇ, ਉਹ ਆਪਣਾ ਬਣਦਾ ਜੋ ਫਰਜ਼ ਹੈ ਉਹ ਨਿਭਾ ਰਹੀਆਂ ਨੇ? ਨਹੀਂ ਨਿਭਾ ਰਹੀਆਂ। ਨਾ ਤਾਂ ਪੰਜਾਬ ਦੀ ਸਰਕਾਰ ਨਿਭਾ ਰਹੀ ਹੈ, ਕਹਿਣ ਨੂੰ ਜੋ ਮਰਜ਼ੀ ਕਹੀ ਜਾਣ। ਜਿਹੜੀ ਹਰਿਆਣੇ ਦੀ ਸਰਕਾਰ ਤਾਂ ਟੋਟਲੀ ਵਿਰੋਧ ਦੇ ਵਿੱਚ ਆ। ਉਹਨਾਂ ਨੇ ਹੀ ਉੱਥੇ ਜਾ ਕੇ ਪਾਣੀ ਦੀਆਂ ਵਿਛਾੜਾਂ ਤੇ ਵੱਡੇ ਵੱਡੇ ਟੋਏ ਪੱਟੇ ਤਾਂ ਕਿ ਇਹਨਾਂ ਨੂੰ ਰੋਕਿਆ ਜਾ ਸਕੇ ਜਿਹੜੇ ਦਿੱਲੀ ਜਾ ਰਹੇ। ਤੋ ਇਹ ਸਾਰੀ ਚੀਜ਼ ਜਿਹੜੀ ਇਹ ਹੈਗੀ ਅਮਰਿੰਦਰ ਸਿੰਘ ਇਹ ਲਿਪ ਸਰਵਿਸ ਕਰ ਰਿਹਾ। ਜਦੋਂ ਇਹ ਕਾਲੇ ਜਿਹੜੇ ਕਾਨੂੰਨ ਆ ਇਹ ਬਣ ਰਹੇ ਸੀ ਤਾਂ ਉਸ ਵੇਲੇ ਅਮਰਿੰਦਰ ਸਿੰਘ ਨੇ ਮਨਪ੍ਰੀਤ ਸਿੰਘ ਨੂੰ ਭੇਜਿਆ ਵੀ ਤੂੰ ਜਾ ਕੇ ਉੱਥੇ ਆਪਣਾ ਓਪੀਨੀਅਨ ਦੇ। ਉਹਨੇ ਇਸ ਨੂੰ ਸਪੋਰਟ ਕੀਤਾ। ਉਸ ਨੇ ਮਨਪ੍ਰੀਤ ਨੇ ਪੰਜਾਬ ਸਰਕਾਰ ਵੱਲੋਂ ਇਸ ਨੂੰ ਸਪੋਰਟ ਦਿੱਤੀ ਹੈ। ਤੋ ਹੁਣ ਉਸ ਤੋਂ ਬਾਅਦ ਜਦੋਂ ਇਹ ਅੰਦੋਲਨ ਬਹੁਤ ਜ਼ਿਆਦਾ ਤਾਕਤ ਫੜ ਗਿਆ ਤਾਂ ਉਸ ਤੋਂ ਬਾਅਦ ਉਸਨੇ ਯੂ ਟਰਨ ਲੈ ਲਿਆ ਅਮਰਿੰਦਰ ਸਿੰਘ ਨੇ। ਤੋ ਇਹ ਬਹਿਰੂਪੀ ਹੈ। ਇਹਨਾਂ ਦੀ ਜਿਹੜੀ ਜੋ ਦਿਲੋਂ ਕੀ ਹੈ ਉਸ ਬਾਰੇ ਇਹੀ ਜਾਣਦੇ ਆ, ਪਰ ਜੋ ਕੁਛ ਹੋਇਆ ਇਹਨਾਂ ਦੇ ਕਾਰਨਾਂ ਕਰਕੇ ਬਹੁਤ ਜ਼ਿਆਦਾ ਜੋ ਅੱਜ ਕਿਸਾਨਾਂ ਦੀ ਦੁਰਦਸ਼ਾ ਹੋ ਰਹੀ ਹੈ ਉਹਦੇ ਵਿੱਚ ਇਹ ਵੀ ਭਾਈਵਾਲ ਹੈਗੇ ਸਾਰੇ ਲੋਕ। ਜਿਹੜੇ WTO ਦੇ ਉੱਤੇ ਸਾਈਨ ਕੀਤੇ ਆ ਉਹ ਤਾਂ ਪਿਛਲੀ ਸਰਕਾਰ ਨੇ ਕੀਤੇ, UPA ਨੇ। ਤੋ ਇਸ ਕਰਕੇ ਇਸ ਹਮਾਮ ਦੇ ਵਿੱਚ ਇਹ ਸਾਰੇ ਨੰਗੇ ਆ। ਸਰ ਇਤਿਹਾਸ ਦੇ ਵਿੱਚ ਆਖਰੀ ਸਵਾਲ ਹੈ, ਇਤਿਹਾਸ ਦੇ ਵਿੱਚ ਇਸ ਅੰਦੋਲਨ ਨੂੰ ਕਿਵੇਂ ਦੇਖਿਆ ਜਾਵੇਗਾ ਅਤੇ ਜੋ ਪੋਲੀਟੀਕਲ ਲੀਡਰ ਨੇ ਉਹਨਾਂ ਦਾ ਕੀ ਰੁਤਬਾ ਰਹੇਗਾ? ਦੇਖੋ ਇਤਿਹਾਸ ਇਸ ਦਾ ਬਹੁਤ ਬੜਾ ਮਹਾਨ ਇਤਿਹਾਸ ਸੁਨਹਿਰੀ ਅੱਖਰਾਂ ਦੇ ਵਿੱਚ ਲਿਖਿਆ ਜਾਏਗਾ, ਜਿਸ ਦੇ ਵਿੱਚ ਜਿਹੜੇ ਸੋ ਕਾਲਡ ਜਿਹੜੇ ਲੀਡਰ ਆ ਉਹਨਾਂ ਦੀ ਵੀ ਮਤਲਬ ਜਿਹੜੀਆਂ ਕਰਤੂਤਾਂ ਹੈਗੀਆਂ, ਜਿਸ ਕਿਸਮ ਦੀ ਖੱਟੜ ਸਰਕਾਰ ਨੇ, ਜਿਸ ਕਿਸਮ ਦਾ ਮਤਲਬ ਜੋ ਸੈਂਟਰ ਦੀ ਸਰਕਾਰ ਆ ਉਸ ਨੇ ਕਿਸ ਕਿਸਮ ਦੀ ਮਤਲਬ ਬੇਰੁਖੀ ਔਰ ਇਸ ਕਿਸਮ ਦਾ ਤਸ਼ੱਦਦ ਇਹਨਾਂ ਅੰਦੋਲਨਕਾਰੀਆਂ ਦੇ ਉੱਤੇ ਜੋ ਵੀ ਸੰਘਰਸ਼ ਕਰ ਰਹੇ ਵਿਚਾਰੇ ਉਹਨਾਂ ਦੇ ਉੱਤੇ ਜ਼ੁਲਮੋ ਸਿਤਮ ਕਰਨ ਦੀ ਕਰਿਆ, ਉਹ ਸਾਰੀਆਂ ਚੀਜ਼ਾਂ ਇਤਿਹਾਸ ਦੇ ਵਿੱਚ ਲਿਖੀਆਂ ਜਾਣਗੀਆਂ। ਇਹ ਦੁਨੀਆ ਦਾ ਇਤਿਹਾਸ ਆ। ਦੁਨੀਆ ਵਿੱਚ ਐਡਾ ਬੜਾ ਸੰਘਰਸ਼ ਕਦੇ ਹੋਇਆ ਨਹੀਂ। ਐਡੇ ਵੱਡੇ ਨੰਬਰ 'ਤੇ ਬੀਬੀਆਂ ਨੇ ਇਨਵੋਲਵਮੈਂਟ ਕੀਤੀ ਨਹੀਂ। ਤੋ ਇਹ ਸਾਰੀਆਂ ਚੀਜ਼ਾਂ ਉਸ ਦੇ ਵਿੱਚ ਰਿਕਾਰਡ ਹੋਣਗੀਆਂ ਔਰ ਇਹ ਇਤਿਹਾਸ ਦਾ ਇੱਕ ਫੁੱਟਨੋਟ ਹੀ ਨਹੀਂ, ਚੈਪਟਰ ਹੀ ਨਹੀਂ, ਬਲਕਿ ਇਤਿਹਾਸ ਦਾ ਪੂਰੇ ਦਾ ਪੂਰਾ ਇਸ ਦਾ ਇਤਿਹਾਸ ਲਿਖਿਆ ਜਾਏਗਾ। ਜਿਸ ਇਤਿਹਾਸ ਨੇ ਬਹੁਤ ਸਾਰੇ ਫੁੱਟਪ੍ਰਿੰਟਸ ਛੱਡਣੇ ਆ ਆਉਣ ਵਾਲੇ ਟਾਈਮ ਦੇ ਲਈ ਔਰ ਆਉਣ ਵਾਲੀਆਂ ਜਿਹੜੀਆਂ ਜਿੰਨੇ ਵੀ ਸੰਘਰਸ਼ ਹੋਣਗੇ ਜਾਂ ਜੋ ਵੀ ਇਸ ਕਿਸਮ ਦੇ ਅੰਦੋਲਨ ਹੋਣਗੇ ਉਹਨਾਂ ਦੇ ਲਈ ਉਹਨਾਂ ਨੇ ਆਪਣੇ ਫੁੱਟਪ੍ਰਿੰਟਸ ਛੱਡਣੇ ਆ, ਜਿਨ੍ਹਾਂ ਦੇ ਉੱਤੇ ਅੱਗੇ ਨੂੰ ਸੰਘਰਸ਼ ਚੱਲਦੇ ਰਹਿਣਗੇ। ਸਰ ਜਾਂਦੇ ਜਾਂਦੇ ਕੋਈ ਸੰਦੇਸ਼ ਤੇ ਅਪੀਲ ਆਪਣੇ ਲੋਕਾਂ ਨੂੰ ਤੇ ਕਿਸਾਨ ਲੀਡਰ ਨੇ ਜੋ? ਦੇਖੋ ਕਿਸਾਨ ਲੀਡਰਾਂ ਨੂੰ ਟੋਟਲੀ ਗੁਰੂ ਨਾਨਕ ਨੂੰ ਸਾਕਸ਼ਾਤ ਮੰਨ ਕੇ ਇਸ ਦੇ ਨਾਲ ਟੋਟਲ ਸਿੰਸੈਰਿਟੀ ਰੱਖਣੀ ਚਾਹੀਦੀ ਹੈ। ਇਸ ਵੇਲੇ ਲੋਕਾਂ ਨੂੰ ਬੜੇ ਮਤਲਬ ਇਸ ਵੇਲੇ ਸਾਰੇ ਦਾ ਸਾਰਾ ਜਿਹੜਾ ਸਿੱਖ ਜਗਤ ਆ ਜਿਹੜਾ ਉੱਥੇ ਜਾ ਵੀ ਨਹੀਂ ਸਕਦਾ, ਘਰਾਂ 'ਚ ਬੈਠਾ ਅਰਦਾਸਾਂ ਕਰ ਰਿਹਾ ਵੀ ਹੇ ਸੱਚੇ ਪਾਤਸ਼ਾਹ ਅਕਾਲ ਪੁਰਖ, ਇਹ ਮਤਲਬ ਜਿਹੜਾ ਅੰਦੋਲਨ ਹੈ, ਇਹ ਜਿਹੜਾ ਸੰਘਰਸ਼ ਹੈ, ਇਹ ਚੜ੍ਹਦੀ ਕਲਾ ਵਿੱਚ ਰਹੇ ਔਰ ਟੋਟਲ ਇਸ ਨੂੰ ਕਾਮਯਾਬੀ ਮਿਲੇ। ਇੱਥੇ ਬੈਠੇ ਨਹੀਂ ਲੋਕ, ਇਸ ਮੁਲਕ ਦੇ ਸਾਰੇ ਦੁਨੀਆ ਦੇ ਜਿੰਨੇ ਵੀ ਲੋਕ ਆ ਉਹ ਸਾਰੇ ਇਸ ਲਈ ਅਰਦਾਸਾਂ ਕਰ ਰਹੇ ਆ, ਇਸ ਲਈ ਮਤਲਬ ਆਪਣੇ ਰੱਬ ਨੂੰ ਪ੍ਰੇਅਰ ਕਰ ਰਹੇ ਆ ਕਿ ਸੱਚੇ ਪਾਤਸ਼ਾਹ ਹੈ ਅਕਾਲ ਪੁਰਖ ਇਸ ਦੀ ਕਾਮਯਾਬੀ ਹੋਵੇ। ਬਹੁਤ ਬਹੁਤ ਧੰਨਵਾਦ ਜੀ ਗੱਲਬਾਤ ਕਰਨ। ਸੋ ਇਹ ਸਨ GS ਢਿੱਲੋਂ ਸਾਹਿਬ, ਜਿਨ੍ਹਾਂ ਨੇ ਆਪਣੇ ਦਿਲ ਦੇ ਵਲਵਲੇ ਆਪਣੇ ਨਾਲ ਸਾਂਝੇ ਕੀਤੇ ਨੇ। ਅਤੇ ਕਿੱਦਾਂ ਲੱਗੀ ਸਾਡੀ ਗੱਲਬਾਤ ਕਮੈਂਟ ਕਰਕੇ ਜ਼ਰੂਰ ਦੱਸੋ ਅਤੇ ਦੇਖਦੇ ਰਹੋ ਸਫਰ TV।